हरियाणा के गुरुद्वारा साहब च हरियाणा सिख गुरुद्वारा प्रबंधक कमेटी की मीटिंग हुई, उहदे विवाद होया। विवाद के वक्रो वक्रे कारण वक्रो वक्री राय हो सकती है, संभव है, पर उस तो बाद ये पहुँच की गई है अकाल तख्त के जथेदार तक इस मामले का निपटारा किया जाए। जिदा मैं शुरू च मामले पर गल की है, कमेंट दिते है कि हुणे लगता है कि अकाल तख्त के जथेदार का जो फैसला आएगा उसके मुताबिक अगे हरियाणा की गुरुद्वारा प्रबंधक कमेटी का प्रबंध चलेगा, ਜਾਂ जिस कदर हरियाणा सरकार वालों कमेटियां दित्तियां जा रही सिख गुरुद्वारा प्रबंधक कमेटी नूं वो परिस्थितियां बनियां रहणगियां। वड्डा सवाल है कि जे हरियाणा सरकार इस योग होंदी कि वो हरियाणे दे सिखां दा मसला आप सुलझा सकदी तां श्री अकाल तख्त साहब के जथेदार साहब कोल ये मामला जाण की लोड़ नहीं सी पैनी। हुण लोड़ पै गई। हुण बाल श्री अकाल तख्त साहब के जथेदार साहब के कोल है। वो सोच के समझ के विचार करके जिहड़े जिहड़े मुद्दे उन्हां कोल गए ने केवल तो केवल उन्हां मुद्दों बारे ही उन्होंने अपना फैसला देना है। और मैं उम्मीद करना कि ये जिहड़ा मसला उन्होंने कोल आया है ये किसी इंडिविजुअल्स का मसला नहीं है, ये संस्था का मसला है। तो संस्था महान होंदी है तो संस्था हमेशा चलदियां रहनियां ने। ਹੁਣ ਅਸਲ ਕਹਾਣੀ ਇਹ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਕਿਵੇਂ ਇਹ ਤੁਹਾਨੂੰ ਵੀ ਪਤਾ। ਇਹਦੇ ਲਈ ਲੰਬੀ ਜਦੋਜਹਿਦ ਹੋਈ ਹੈ। ਲੰਬੀ ਜਦੋਜਹਿਦ ਤੋਂ ਬਾਅਦ 2014 ਦੇ ਵਿੱਚ ਜਿਹੜਾ ਹੈ ਇਹ ਐਕਟ ਪਾਸ ਹੋਇਆ ਸੀ ਵਿਧਾਨ ਸਭਾ, ਪਰ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ 'ਚ ਚਲੇ ਗਈ ਤਾਂ 2022 ਦੇ ਵਿੱਚ ਜਾ ਕੇ ਸੁਪਰੀਮ ਕੋਰਟ ਨੇ ਵੀ ਇਹਨੂੰ ਮਾਨਤਾ ਦੇ ਦਿੱਤੀ ਕਿ ਉਹ ਪਟੀਸ਼ਨ ਰੱਦ ਕਰਕੇ ਕਾਨੂੰਨੀ ਮਾਨਤਾ ਹਰਿਆਣਾ ਕਮੇਟੀ ਨੂੰ ਦੇ ਦਿੱਤੀ जी। ਪਰ ਦੁੱਖ ਦੀ ਗੱਲ ਇਹ ਹੋਈ ਕਿ ਜਿਹੜੇ ਬੰਦਿਆਂ ਨੇ ਹਰਿਆਣਾ ਕਮੇਟੀ ਲਈ ਡੱਕਾ ਨਹੀਂ ਸੀ ਤੋੜਿਆ, ਕਦੇ ਹਰਿਆਣਾ ਕਮੇਟੀ ਦਾ ਨਾਂ ਨਹੀਂ ਲਿਆ, ਕਦੇ ਹਰਿਆਣਾ ਕਮੇਟੀ ਵਾਸਤੇ ਇੱਕ ਦਿਨ ਦਾ ਖਾਣਾ ਨਹੀਂ ਦੇਖਿਆ, ਕੋਈ ਧਰਨਾ ਮੁਜ਼ਾਹਰਾ ਨਹੀਂ ਕੀਤਾ, ਕਦੇ ਉਹਨਾਂ ਨੇ ਕੋਈ ਵੀ ਸਟਰਗਲ ਦੇ ਵਿੱਚ ਹਿੱਸਾ ਨਹੀਂ ਲਿਆ ਤੇ ਸਟਰਗਲ ਕਰ ਰਹੇ ਲੋਕਾਂ ਲਈ ਦੋ ਪ੍ਰਸ਼ਾਦੇ ਬਣਾ ਕੇ ਵੀ ਨਹੀਂ ਲਗਾਏ। ਉਹ ਮਹੰਤ ਜਦੋਂ ਇਹਦਾ ਪ੍ਰਧਾਨ ਬਣਾ ਦਿੱਤਾ, ਅਣਜਾਣ ਸੀ ਉਹ ਸਾਰੇ ਕਾਸੇ ਤੋਂ, ਤਾਂ ਉਸ ਨੇ ਇਹ ਸਾਰਾ ਸਿਸਟਮ ਜਿਹੜਾ ਸੀ ਅਜਿਹੇ ਹਾਲਾਤਾਂ 'ਚ ਪਹੁੰਚਾ ਦਿੱਤਾ ਕਿ ਜਿਹੜੀ ਅਸੀਂ ਸੰਸਥਾ ਇੱਕ ਬੜੀ ਮਿਹਨਤ ਨਾਲ ਜਦੋਜਹਿਦ ਨਾਲ ਖੜੀ ਕੀਤੀ ਸੀ ਉਹਨੂੰ ਮੁੜ ਕੌਮਾਂ 'ਚ ਲੈ ਗਿਆ। ਤੇ ਅੱਜ ਹਾਲਾਤ ਜਿਹੜੇ ਬਣੇ ਇਹ ਉਸ ਮਹੰਤ ਦੇ ਕਾਰਨ ਹੀ ਬਣੇ ਆ। ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਇਸ ਵਕਤ ਝਾਕ ਰਹੇ ਨੇ ਹਰਿਆਣੇ ਵੱਲ कि ये आपस कदों लड़ते हैं, कदों हरियाणा कमेटी टुटती है, लोगों से बदनाम होंगी है, तो असी जाइए तो असी जाके उत्थे अपना मुड़ कब्जा करिए। वो अपना सुपना बिल्कुल उन्होंने सुपना नहीं पूरा होना। हरियाणे के लोग बहुत सियाने ने जी, संगत महान होंगी है जी। पर जदों उसनूं बनाया गया उसका नाम प्रपोज होया तो मैं तो उस वेले वाकआउट कर दिता। मैं तो उसका बाईकाट करके बाहर आ गया। बाहर आके स्टेटमेंट भी जारी की सी कि महंत की क्रेडिबिलिटी नहीं है साडी इस संस्था ਨੂੰ ਚਲਾਉਣ ਲਈ। 1921 ਚ महंत ਕੱਢੇ ਸੀ, ਖੂਨ ਡੋਲ ਕੇ ਡਾਂਗਾ ਮਾਰ ਮਾਰ ਕੇ ਉੱਥੇ ਸਿੱਖਾਂ ਦਾ ਕਤਲੇਆਮ ਕੀਤਾ ਸੀ महंतां ਨੇ। ਤੇ ਇਹਨਾਂ महंतां ਨੂੰ 1921 ਚ ਕੱਢਿਆ 2022 ਚ ਕਿਵੇਂ? ਪਰ ਜਿਹੜੇ ਸਾਡੇ ਸਤਿਕਾਰਯੋਗ ਮੈਂਬਰਾਂ ਨੇ ਜਕਾਰੇ ਛੱਡੇ ਸੀ, ਹੱਥ ਖੜੇ ਕੀਤੇ ਸੀ, ਉਸ ਦਿਨ ਮੈਂ ਇਕੱਲੇ ਨੇ ਵਾਕਆਊਟ ਕੀਤਾ ਸੀ। ਪਰ ਅੱਜ 20+ ਹੋ ਗਏ। ਬਾਦਲ ਪਰਿਵਾਰ ਦਾ ਟੈਂਡਰ ਚੁੱਕਿਆ ਹੋਇਆ ਇਸ ਕਮੇਟੀ ਨੂੰ ਬਦਨਾਮ ਕਰਕੇ ਮੁੜ ਉਹਨਾਂ ਦੀ ਝੋਲੀ 'ਚ ਪਾਉਣ ਲਈ। ਤਾਂ ਹੀ ਉਹਨਾਂ ਦਾ ਹੀ ਮੁੱਖ ਸਕੱਤਰ ਲਿਆ ਕੇ ਲਾਤਾ, ਉਹਨਾਂ ਦਾ ਹੀ OSD ਲਿਆ ਕੇ ਲਾਤਾ, ਉਹਨਾਂ ਤੋਂ ਹੀ ਡਾਇਰੈਕਸ਼ਨ ਲੈ ਕੇ ਕੰਮ ਕਰ ਰਿਹਾ। ਹੁਣ ਮੈਂਬਰਾਂ ਨੂੰ ਸਮਝ ਆ ਰਹੀ ਹੈ ਤਾਂ ਹੀ ਮੈਂਬਰ ਬਗਾਵਤ ਤੇ ਆ ਰਹੇ ਨੇ ਕਿ ਜਿਹੜੇ ਸਮਝਦਾਰ ਸਿਆਣੇ ਮੈਂਬਰ ਆ ਤਾਂ ਹੀ ਆ ਰਹੇ। ਸਾਡੀ ਬਦਕਿਸਮਤੀ ਇਹ ਰਹੀ ਹੈ ਸਾਡੀ ਇਸ ਸੰਸਥਾ ਦੀ, ਹਰਿਆਣੇ ਦੇ ਸਿੱਖਾਂ ਦੀ, ਕਿ ਇੱਕ ਮਹੰਤ ਪ੍ਰੈਜ਼ੀਡੈਂਟ ਬਣ ਗਿਆ ਜਿਹਨੂੰ ਇਸ ਕਮੇਟੀ ਬਾਰੇ ਰਤਾ ਨਹੀਂ ਪਤਾ ਤੇ ਜਿਹੜਾ ਧਾਰਮਿਕ ਤੌਰ ਤੇ ਫੇਲ ਹੋ ਚੁੱਕਾ। ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਕਿ ਦਿਨ ਤੇ ਰਾਤ ਇਹ ਕਹਿੰਦੀ ਰਹਿੰਦੀ ਹੈ ਕਿ ਵੀ ਪੰਥ ਦੇ ਅਸਲ ਗਾਰਡੀਅਨ ਅਸੀਂ ਹਾਂ, ਦੁੱਖ ਸੁੱਖ ਦੇ ਕੰਮ ਆਉਣ ਵਾਲੇ ਹਾਂ, ਪੰਥ ਅਸੀਂ ਹੀ ਹਾਂ, ਹੋਰ ਕੋਈ ਪੰਥ ਹੈ ਹੀ ਨਹੀਂ। ਉਹ ਹਰਿਆਣੇ ਦੇ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਰੱਕੀ ਕਰਦਾ ਨਹੀਂ ਵੇਖਣਾ ਚਾਹੁੰਦਾ। ਇਹ ਜੇ ਪੰਜਾਬੀ ਸੂਬਾ ਨਾ ਮੰਗਦੇ तो हरियाणे के सिख हरियाणे के साझे वड्डे पंजाब दे विच होंदे
ਤੇ ਹਰਿਆਣੇ ਦੇ ਸਿੱਖਾਂ ਨੂੰ ਕੋਈ ਸਮੱਸਿਆ ਨਹੀਂ ਸੀ। ਜਦੋਂ ਘਰ ਦੇ ਵਿੱਚ ਅਸੀਂ ਬਾਹਰੋਂ ਕੁਝ ਬੰਦੇ ਲਿਆ ਕੇ ਤੇ ਉਹਨਾਂ ਨੂੰ ਵਿੱਚ ਸਾਲਸ ਪਾ ਕੇ ਤੇ ਕਹੀਏ ਕਿ ਉਹ ਸਾਡੇ ਫੈਸਲੇ ਕਰਨਗੇ, ਤਾਂ ਫਿਰ ਇਸ ਤਰ੍ਹਾਂ ਦੇ ਹੀ ਰਿਜ਼ਲਟ ਨਿਕਲਦੇ ਆ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਰਮੌਰ ਸੰਸਥਾ ਹੈ ਔਰ ਸਾਰੇ ਉਹਦੇ ਲਈ ਬਰਾਬਰ ਦੇ ਸਤਿਕਾਰ ਰੱਖਦੇ ਨੇ, ਚਾਹੇ ਹਰਿਆਣੇ ਦੇ ਸਿੱਖ ਹੋਣ, ਚਾਹੇ ਦਿੱਲੀ ਦੇ ਸਿੱਖ ਹੋਣ, ਚਾਹੇ ਕਿਸੇ ਹੋਰ ਸਟੇਟ ਦੇ ਸਿੱਖ ਹੋਣ। ਤੇ ਤੁਸੀਂ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਹੁਣ ਨਲਵੀ ਸਾਹਿਬ ਨਾਲ ਬੈਠੇ ਨੇ, ਇਹਨਾਂ ਦੇ ਦੂਸਰੇ ਸਾਥੀ ਝੀਂਡਾ ਸਾਹਿਬ, ਬਹੁਤ ਸਮਾਂ ਤਾਂ ਇਹ ਆਪਸ ਵਿੱਚ ਲੜਦੇ ਰਹੇ। ਪਹਿਲਾਂ ਇਕੱਠੇ ਸਨ ਦੋਨੋਂ, ਫਿਰ ਇਹ ਦੋਨੋਂ ਆਪਸ ਵਿੱਚ ਲੜ ਪਏ। ਇਹਨਾਂ ਦੇ ਦੋ ਗਰੁੱਪ ਬਣ ਗਏ, ਇੱਕ ਨਲਵੀ ਗਰੁੱਪ ਬਣ ਗਿਆ, ਇੱਕ ਝੀਂਡਾ ਗਰੁੱਪ ਬਣ ਗਿਆ। ਫਿਰ ਇਹਨਾਂ ਦੀ ਲੜਾਈ ਦੇ ਵਿੱਚੋਂ ਆ ਗਏ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ, ਉਹ ਵੀ ਆਪਣੇ ਨਾਲ ਬੈਠੇ ਆ, ਸਾਡੇ ਸਤਿਕਾਰਯੋਗ ਨੇ। ਫਿਰ ਕਮਾਂਡ ਉਹਨਾਂ ਦੇ ਹੱਥ ਵਿੱਚ ਆ ਗਈ ਤੇ ਫਿਰ ਇੱਕ ਐਸਾ ਸਮਾਂ ਆਇਆ ਕਿ ਨਲਵੀ ਸਾਹਿਬ, ਝੀਂਡਾ ਸਾਹਿਬ, ਦਾਦੂਵਾਲ ਸਾਹਿਬ, ਇਹਨਾਂ ਨੂੰ ਸਾਰੇ ਪਾਸੇ ਕਰਕੇ ਇਹ ਇੱਕ ਤੀਜੀ ਧਿਰ ਜਿਹੜੀ ਹੈ ਮਹੰਤ ਕਰਮਜੀਤ ਸਿੰਘ, ਉਹਨੂੰ ਲੈ ਆਂਦਾ। ਹੁਣ ਇਹਦੇ ਵਿੱਚ ਇਹ ਕਿਉਂ ਆ ਰਹੇ ਨੇ? ਦੇਖੋ, ਮੈਂ ਇਹ ਗੱਲ ਮੰਨਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਸ ਵੇਲੇ ਦੀ ਲੀਡਰਸ਼ਿਪ ਜਿਹਦਾ ਫਰਜ਼ ਬਣਦਾ ਸੀ ਕਿ ਉਹ ਸਾਰਿਆਂ ਨੂੰ ਕਲਾਵੇ ਵਿੱਚ ਲੈਂਦੇ, ਬੈਠ ਕੇ ਆਪਣੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਮਸਲੇ ਸਨ, ਚਾਹੇ ਹਰਿਆਣੇ ਦੇ ਨਾਲ ਸੰਬੰਧਿਤ ਜਿਹੜੀ ਸਿੱਖ ਕੌਮ ਦੇ ਸਾਡੇ ਨੁਮਾਇੰਦੇ ਸਨ, ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ, ਉਹਨਾਂ ਦੀ ਗੱਲ ਸੁਣੀ ਜਾਂਦੀ। ਪਰ ਅੱਜ ਜਿਹੜਾ ਵਿੱਚ ਹਰਿਆਣੇ ਦੀ ਗੌਰਮੈਂਟ ਦੀ ਜਿਸ ਪੱਧਰ ਦੀ ਦਖਲ ਅੰਦਾਜ਼ੀ ਹੈ, ਮਹੰਤ ਕਰਮਜੀਤ ਸਿੰਘ ਬਾਰੇ ਮੈਂ ਪਹਿਲਾਂ ਹੀ ਕਹਿ ਚੁੱਕਾ ਸੀ। ਆ ਦੋਨਾਂ ਸ਼ਖਸੀਅਤਾਂ ਨੂੰ ਪਤਾ ਹੈ, ਤੁਹਾਨੂੰ ਵੀ ਪਤਾ ਕਿੰਨੀਆਂ ਬਹਿਸਾਂ ਦੇ ਵਿੱਚ, ਕਿ ਉਹਨਾਂ ਦੇ ਬਾਰੇ ਜੋ ਕੁਝ ਚੱਲ ਰਿਹਾ ਹੈ ਉਹ ਆਪਣੇ ਪੱਧਰ ਤੇ ਇੱਕ ਵੱਖਰੀ ਇੱਕ ਜਾਂਚ ਦਾ ਵਿਸ਼ਾ ਹੈ। ਪਰ ਇੱਕ ਜਿਸ ਪੱਧਰ ਦੇ ਉੱਤੇ ਜੋ ਕੁਝ ਇਸ ਵੇਲੇ ਚੱਲ ਰਿਹਾ ਉਹ ਬੜਾ ਮੰਦਭਾਗਾ ਹੈ। ਔਰ ਉਹਦੇ ਨਾਲ ਜੇ ਉੱਥੇ ਝਗੜੇ ਹੁੰਦੇ ਆ, ਇੱਕ ਦੂਜੇ ਨੂੰ ਧੱਕਾ ਮੁੱਕੀ ਕੀਤੀ ਜਾਂਦੀ ਹੈ, ਗਾਲੀ ਗਲੋਚ ਹੁੰਦਾ ਹੈ ਕਿਸੇ ਪੱਧਰ ਤੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਢੰਗ ਨਾਲ ਵਿਵਾਦ ਉੱਭਰ ਕੇ ਸਾਹਮਣੇ ਆਇਆ ਹੈ, ਦੁਨੀਆ ਭਰ 'ਚ ਬੈਠੇ ਸਿੱਖਾਂ ਦੇ ਲਈ ਚਿੰਤਾ ਦਾ ਕਾਰਨ ਤਾਂ ਵਾਜਬ ਹੈ ਹੀ ਹੈ। ਕਿਧਰੇ ਇਹ ਵੀ ਸਵਾਲ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਫੈਸਲਿਆਂ ਦੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ 'ਚ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਦਾ ਜੋ ਵੀ ਫੈਸਲਾ ਆਏਗਾ ਉਹ ਮੰਨਿਆ ਜਾਏਗਾ ਜਾਂ ਸਰਕਾਰ ਦਾ ਜੋ ਫੈਸਲਾ ਹੋਏਗਾ ਉਹ ਮੰਨਿਆ ਜਾਏਗਾ। ਸਵਾਲ ਇਸ ਕਰਕੇ ਵੀ ਮੈਂ ਲੈ ਰਿਹਾ ਕਿਉਂਕਿ ਹਰਿਆਣਾ ਦੀ ਸਿੱਖ ਸੰਗਤ ਵੱਲੋਂ ਹੀ ਅਕਾਲ ਤਖ਼ਤ ਦੇ ਜਥੇਦਾਰ ਤੱਕ ਪਹੁੰਚ ਕੀਤੀ ਗਈ ਹੈ ਕਿ ਇਸ ਮਾਮਲੇ ਨੂੰ ਨਿਪਟਾਇਆ ਜਾਵੇ, ਨਿਪਟਾਰਾ ਕੀਤਾ ਜਾਵੇ। ਔਰ ਜਥੇਦਾਰ ਸਾਹਿਬ ਵੱਲੋਂ ਵੀ 5 ਮੈਂਬਰੀ ਕਮੇਟੀ ਬਣਾ ਕੇ ਇਸ ਮਾਮਲੇ 'ਚ ਕਿਹਾ ਗਿਆ ਕਿ ਅਗਲੀ ਕਾਰਵਾਈ ਤੱਕ ਜਦੋਂ ਤੱਕ ਕੋਈ ਫੈਸਲਾ ਜਾਂ ਰਿਪੋਰਟ ਨਹੀਂ ਆਉਂਦੀ, ਸਾਰੀਆਂ ਸੰਬੰਧਿਤ ਧਿਰਾਂ ਇਸ ਮਾਮਲੇ 'ਚ ਕੋਈ ਕਾਰਵਾਈ ਜਾਂ ਬਿਆਨਬਾਜ਼ੀ ਨਾ ਕਰਨ। ਬਿਲਕੁਲ ਵਾਜਬ। ਪਰ ਦੇਖਿਆ ਜਾਏਗਾ, ਇੱਕ ਲਾਈਨ ਕਹਿ ਕੇ ਮੈਂ ਆਪਣੇ ਦਰਸ਼ਕਾਂ ਨਾਲ ਮਹਿਮਾਨਾਂ ਦੀ ਜਾਣ ਪਹਿਚਾਣ ਕਰਾਵਾਂਗਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਤਾਂ ਇਸ ਮਾਮਲੇ ਜੋ ਰਿਪੋਰਟ ਦੇਣੀ ਹੈ ਉਹ ਤਾਂ ਹੈ ਹੀ ਹੈ। ਕਿਧਰੇ ਨਜ਼ਰ ਇਹ ਵੀ ਆ ਰਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਲਈ ਵੀ ਇੱਕ ਬਹੁਤ ਵੱਡਾ ਇਮਤਿਹਾਨ ਸਾਹਮਣੇ ਆ ਗਿਆ ਕਿ ਉਹ ਇਮਤਿਹਾਨ 'ਚੋਂ ਖਰੇ ਉਤਰਨਗੇ। ਦੂਜੇ ਪਾਸੇ ਸਿੱਖ ਸੰਗਤ ਜਥੇਦਾਰ ਦੇ ਫਤਵੇ ਜਾਂ ਫੈਸਲੇ ਨੂੰ ਮੰਨੇਗੀ ਜਾਂ ਜੋ ਦਖਲ ਕਿਹਾ ਜਾ ਰਿਹਾ ਹਰਿਆਣਾ ਦੀ ਸਰਕਾਰ ਵੱਲੋਂ ਉਹ ਖੇਡਾਂ ਫਿਰ ਖੇਡੀਆਂ ਜਾਣਗੀਆਂ। ਇਹਨਾਂ ਮੁੱਦਿਆਂ 'ਤੇ ਆਪਾਂ ਵੱਡੇ ਮਾਮਲੇ ਆ ਆਪਣੇ ਮਹਿਮਾਨਾਂ ਨੂੰ ਬੇਨਤੀ ਪ੍ਰਵਾਨ ਕਰਕੇ ਵੱਖ-ਵੱਖ ਸਿੱਖ ਹਲਕਿਆਂ 'ਚ ਜਾਣੇ ਪਹਿਚਾਣੇ ਚਿਹਰੇ ਸਾਡੇ ਕਦਾਵਰ ਆਗੂ ਜਿਹੜੇ ਜੁੜੇ ਆਪਣੀ ਬੇਨਤੀ ਪ੍ਰਵਾਨ ਕਰਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ, ਹਰਿਆਣਾ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤਾਂ ਹਨ ਹੀ, ਸਿੱਖਾਂ ਦੇ ਜਾਣੇ ਪਹਿਚਾਣੇ ਚਿਹਰੇ ਨੇ। ਸਾਥ ਦੀਦਾਰ ਸਿੰਘ ਨਲਵੀ ਹਰਿਆਣਾ ਦੇ ਸਿੱਖ ਆਗੂ। ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਤਰ ਦੀ ਜਾਂ ਉਸ ਨੂੰ ਹੋਂਦ 'ਚ ਲਿਆਉਣ ਦੀ, ਨਲਵੀ ਦੀ ਵੀ ਕਹਿਣ 'ਤੇ ਵੱਡੀ ਭੂਮਿਕਾ। ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਹੈ, ਪਰ ਸਿੱਧੇ ਤੌਰ 'ਤੇ ਅਕਾਲ ਤਖ਼ਤ ਦੀ ਗੱਲ ਕਰ ਲਈ ਆਪਾਂ ਜਾਂ SGPC ਦੇ ਨਾਲ
ਅਕਾਲੀ ਦਲ ਦੀ ਗੱਲ ਕਰੀਏ, ਉਹਨਾਂ ਸਾਰੇ ਮੁੱਦਿਆਂ ਤੇ ਵੀ ਇੱਕ ਮਹਾਰਤ ਰੱਖਦੇ ਹੈ। ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ ਹਾਂ। ਨਲਵੀ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਜੋ ਸਥਿਤੀ ਕੁਝ ਦਿਨ ਪਹਿਲਾਂ ਅੱਧ ਅਗਸਤ ਦੇ ਕਰੀਬ ਹਰਿਆਣਾ ਦੇ ਗੁਰਦੁਆਰਾ ਸਾਹਿਬ 'ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ, ਉਹਦੇ 'ਚ ਵਿਵਾਦ ਹੋਇਆ। ਵਿਵਾਦ ਦੇ ਵੱਖਰੋ ਵੱਖਰੇ ਕਾਰਨ, ਵੱਖਰੋ ਵੱਖਰੀ ਰਹਿ ਹੋ ਸਕਦੀ ਹੈ, ਸੰਭਵ ਹੈ, ਪਰ ਉਸ ਤੋਂ ਬਾਅਦ ਦੇ ਵਿੱਚ ਇਹ ਪਹੁੰਚ ਕੀਤੀ ਗਈ ਆ ਅਕਾਲ ਤਖ਼ਤ ਦੇ ਜਥੇਦਾਰ ਤੱਕ ਇਸ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ। ਜਿੱਦਾਂ ਮੈਂ ਸ਼ੁਰੂ 'ਚ ਮਾਮਲੇ 'ਤੇ ਗੱਲ ਕੀਤੀ ਹੈ, ਕਮੈਂਟ ਦਿੱਤੇ ਹੈ, ਕੀ ਹੁਣੇ ਲੱਗਦਾ ਹੈ ਕਿ ਅਕਾਲ ਤਖ਼ਤ ਦਾ ਜਥੇਦਾਰ ਦਾ ਜੋ ਫੈਸਲਾ ਆਏਗਾ ਉਹਦੇ ਮੁਤਾਬਕ ਅੱਗੇ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚੱਲੇਗਾ, ਜਾਂ ਜਿਸ ਕਦਰ ਹਰਿਆਣਾ ਸਰਕਾਰ ਵੱਲੋਂ ਕਮੇਟੀਆਂ ਦਿੱਤੀਆਂ ਜਾ ਰਹੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹ ਪ੍ਰਸਥਿਤੀਆਂ ਬਣੀਆਂ ਰਹਿਣਗੀਆਂ? ਵੱਡਾ ਸਵਾਲ ਹੈ ਦੁਨੀਆ ਭਰ 'ਚ ਬੈਠੇ ਸਿੱਖ ਭਾਈਚਾਰੇ ਦੇ ਲਈ। ਨਲਵੀ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਹਰਿਆਣਾ ਸਰਕਾਰ ਇਸ ਯੋਗ ਹੁੰਦੀ ਕਿ ਉਹ ਹਰਿਆਣੇ ਦੇ ਸਿੱਖਾਂ ਦਾ ਮਸਲਾ ਆਪ ਸੁਲਝਾ ਸਕਦੀ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਇਹ ਮਾਮਲਾ ਜਾਣ ਦੀ ਲੋੜ ਨਹੀਂ ਸੀਗੀ ਪੈਣੀ। ਹੁਣ ਲੋੜ ਪੈ ਗਈ। ਹੁਣ ਬਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਕੋਲ ਹੈ। ਉਹ ਸੋਚ ਕੇ ਸਮਝ ਕੇ ਵਿਚਾਰ ਕਰਕੇ ਜਿਹੜੇ ਮੁੱਦੇ ਉਹਨਾਂ ਕੋਲ ਗਏ ਨੇ, ਕੇਵਲ ਤੇ ਕੇਵਲ ਉਹਨਾਂ ਮੁੱਦਿਆਂ ਬਾਰੇ ਹੀ ਉਹਨਾਂ ਨੇ ਆਪਣਾ ਫੈਸਲਾ ਦੇਣਾ ਹੈ। ਔਰ ਮੈਂ ਉਮੀਦ ਕਰਨਾ ਕਿ ਇਹ ਜਿਹੜਾ ਮਸਲਾ ਉਹਨਾਂ ਕੋਲ ਆਇਆ ਹੈ, ਇਹ ਕਿਸੇ ਇੰਡੀਵਿਜੂਅਲਸ ਦਾ ਮਸਲਾ ਨਹੀਂ ਹੈਗਾ, ਇਹ ਸੰਸਥਾ ਦਾ ਮਸਲਾ ਹੈ। ਅਤੇ ਸੰਸਥਾ ਮਹਾਨ ਹੁੰਦੀ ਹੈ ਅਤੇ ਸੰਸਥਾ ਹੁਣ ਹਮੇਸ਼ਾ ਚੱਲਦੀਆਂ ਰਹਿਣੀਆਂ ਨੇ। ਅਤੇ ਉਹ ਇਸ ਗੱਲ ਨੂੰ, ਮੋਟੀ ਗੱਲ ਨੂੰ, ਵੱਡੀ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਿ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਸੇ ਤਰ੍ਹਾਂ ਦੀ ਬਰਾਬਰ ਦੀ ਇਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਵਿਧਾਨਕ ਸਿੱਖ ਸੰਗਤ ਦੀ ਕਮੇਟੀ ਹੈ, ਜਿਹਦੇ ਵਿੱਚ ਉਹਨਾਂ ਦੀ ਆਸਥਾ ਹੈ। ਇਸ ਵਾਸਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਜੋ ਅੱਜ ਤੱਕ ਪਿੱਛੇ ਇਤਿਹਾਸ ਰਿਹਾ ਹੈ, ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਬੜੀ ਨਿਰਪੱਖਤਾ ਨਾਲ, ਦੂਰ ਅੰਦੇਸ਼ੀ ਨਾਲ ਔਰ ਹਰਿਆਣੇ ਦੇ ਸਿੱਖਾਂ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਮੁੱਖ ਰੱਖ ਕੇ ਆਪਣੀਆਂ ਪਰਸਨਲ ਜਾਂ ਕਿਸੇ ਹੋਰ ਦੀਆਂ ਸੋਚਾਂ ਨੂੰ ਧਿਆਨ ਵਿੱਚ ਨਾ ਰੱਖਦਿਆਂ ਹੋਇਆਂ ਸਾਰੀਆਂ ਗੱਲਾਂ ਤੋਂ ਉੱਠ ਕੇ ਉਹ ਆਪਣਾ ਫੈਸਲਾ ਦੇਣਗੇ। ਬਾਕੀ ਉਹਨਾਂ ਗੱਲਾਂ ਬਾਰੇ ਜਿਹੜਾ ਉਹਨਾਂ ਕੋਈ ਇਸ਼ੂ ਹੋਇਆ, ਰੈਫਰ ਹੋਇਆ, ਉਹਨਾਂ ਬਾਰੇ ਉਹ ਫੈਸਲਾ ਦੇਣਗੇ। ਬਾਕੀ ਜਿਹੜੀ ਹਰਿਆਣਾ ਕਮੇਟੀ ਹੈ, ਉਹ ਤਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਕਟ ਨੰਬਰ 22 ਆਫ 2014 ਉਹਦੇ ਅਨੁਸਾਰ ਚੱਲਣੀ ਹੈ। ਔਰ ਉਹਦੇ ਅਨੁਸਾਰ ਚੱਲਣ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਉਹ ਮੌਜੂਦਾ ਕਮੇਟੀ ਮੈਂਬਰ ਸਾਹਿਬਾਨ ਦੇ ਉੱਤੇ ਆ। ਔਰ ਮੈਂ ਉਮੀਦ ਕਰਨਾ ਕਿ ਉਹ ਜਿਹੜੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਦੇ ਉੱਤੇ ਪਾਈ ਗਈ ਹੈ, ਉਸ ਦੇ ਉਹ ਹਾਣੀ ਹੋ ਨਿਬੜਨਗੇ। ਔਰ ਸੰਗਤ ਨੂੰ ਉਹ ਇਸ ਗੱਲੋਂ, ਹਰਿਆਣੇ ਦੀ ਸੰਗਤ ਨੂੰ ਲੈਟ ਡਾਊਨ ਨਹੀਂ ਕਰਨ ਦੇਣਗੇ। ਮੈਨੂੰ ਇਸ ਵਕਤ ਗੱਲ ਯਾਦ ਆ ਰਹੀ ਹੈ ਕਿ ਜਦੋਂ 1947 ਦੇ ਵਿੱਚ ਹਿੰਦੁਸਤਾਨ ਨੂੰ ਆਜ਼ਾਦੀ ਦੇਣ ਦਾ ਮਸਲਾ ਆਇਆ ਤਾਂ ਵਿੰਸਟਨ ਚਰਚਿਲ ਪ੍ਰਧਾਨ ਮੰਤਰੀ ਸਨ, ਤਾਂ ਉਹ ਕਹਿੰਦੇ ਸਨ ਕਿ ਹਿੰਦੁਸਤਾਨ ਦੇ ਸਿੱਖ ਹਕੂਮਤ ਕਰਨ ਦੇ ਕਾਬਲ ਨਹੀਂ ਹਨ, ਇਸ ਵਾਸਤੇ ਇਹ ਆਪਸ 'ਚ ਲੜ ਕੇ ਮਰਨਗੇ। ਇਸ ਵਾਸਤੇ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਨੂੰ ਇਸ ਸਥਿਤੀ ਵਿੱਚ ਪਹੁੰਚਾਇਆ ਜਾਵੇ। ਅਜੇ ਇਹ ਮੈਚਿਓਰ ਨਹੀਂ ਹੋਏ ਅਤੇ ਇਹਨਾਂ ਨੂੰ ਅਜੇ ਆਜ਼ਾਦੀ ਨਹੀਂ ਮਿਲਣੀ ਚਾਹੀਦੀ। ਉਹ ਜਿਹੜੀ ਗੱਲ ਹੈ ਉਹ ਵਿੰਸਟਨ ਚਰਚਿਲ ਦੀ ਪਾਕਿਸਤਾਨ ਦੇ ਉੱਤੇ ਤਾਂ ਲਾਗੂ ਹੋ ਗਈ ਉਹਨਾਂ ਦੀ ਲੀਡਰਸ਼ਿਪ ਕਰਕੇ। ਔਰ ਮੈਂ ਉਮੀਦ ਰੱਖਣਾ ਕਿ ਵਿੰਸਟਨ ਚਰਚਿਲ ਦੀ ਜਿਹੜੀ ਇਹ ਗੱਲ ਹੈ, ਉਹ ਹਰਿਆਣੇ ਦੇ ਸਿੱਖ ਆਪਣੀ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਉਹ ਇਸ ਗੱਲ ਨੂੰ ਫੇਲ ਕਰਨਗੇ। ਔਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਇਸ ਵਕਤ ਝਾਕ ਰਹੇ ਨੇ ਹਰਿਆਣੇ ਵੱਲ ਕਿ ਇਹ ਆਪਸ 'ਚ ਕਦੋਂ ਲੜਦੇ ਨੇ, ਕਦੋਂ ਹਰਿਆਣਾ ਕਮੇਟੀ ਟੁੱਟਦੀ ਹੈ, ਲੋਕਾਂ 'ਚ ਬਦਨਾਮ ਹੁੰਦੀ ਹੈ ਅਤੇ ਅਸੀਂ ਜਾਈਏ ਅਤੇ ਅਸੀਂ ਜਾ ਕੇ ਉੱਥੇ ਆਪਣਾ ਮੁੜ ਕਬਜ਼ਾ ਕਰੀਏ, ਉਹ ਆਪਣਾ ਸੁਪਨਾ, ਬਿਲਕੁਲ ਉਹਨਾਂ ਦਾ ਸੁਪਨਾ ਨਹੀਂ ਪੂਰਾ ਹੋਣਾ। ਹਰਿਆਣੇ ਦੇ ਲੋਕ ਬਹੁਤ ਸਿਆਣੇ ਨੇ, ਸੰਗਤ ਮਹਾਨ ਹੁੰਦੀ ਹੈ। ਜਿਵੇਂ ਇੰਡੀਆ ਦੇ ਕਨਸਟੀਟਿਊਸ਼ਨ ਵੀ ਦੀ ਪੀਪਲ ਆਫ ਇੰਡੀਆ ਨੇ, ਇਸੇ ਤਰ੍ਹਾਂ ਹੀ ਹਰਿਆਣੇ ਦੀ ਜਿਹੜੀ ਸਿੱਖ ਸੰਗਤ ਹੈ ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਔਰ ਉਹ ਇਸ ਗੱਲ ਨੂੰ ਸਿੱਧ ਕਰੇਗੀ ਕਿ ਹਰਿਆਣੇ ਦੀ ਸੰਗਤ ਜਿਹੜੀ ਹੈ ਉਹ ਫਿੱਟ ਹੈ।
ਆਪਾਂ ਫੇਰ ਆਵਾਂਗੇ ਇਸ ਮੁੱਦੇ ਤੇ। ਜਿਸ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ, ਦਾਦੂਵਾਲ ਸਾਹਿਬ ਤੁਹਾਡੀ ਬੜੀ ਵੱਡੀ ਅਹਿਮ ਭੂਮਿਕਾ, ਤੁਸੀਂ ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਹੋ। ਜੋ ਮੀਡੀਆ ਦੇ ਅੰਦਰ ਸਿੱਖ ਸੰਗਤ ਦੇ ਅੰਦਰ ਨੌਲਵੀ ਸਾਹਿਬ ਨੇ ਵੀ ਆਪਣਾ ਸਵਾਲ ਉਠਾਇਆ, ਕੀ ਲੱਗਦਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਧਰੇ ਦੂਜੀਆਂ ਧਿਰਾਂ ਵੱਲੋਂ ਖੋਰਾ ਜਾਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿੱਧੇ ਜਾਂ ਸਿੱਧੇ ਤੌਰ ਤੇ ਜੋ ਪ੍ਰਸਥਿਤੀਆਂ ਸਾਹਮਣੇ ਇਸ ਵੇਲੇ ਬਣੀਆਂ ਨਜ਼ਰ ਆ ਰਹੀਆਂ? ਦਾਦੂਵਾਲ ਸਾਹਿਬ ਵੇਖੋ ਸਿੱਧੂ ਸਾਹਿਬ, ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਜਿਹੜੇ ਲੋਕ ਸੰਸਥਾ ਨੂੰ ਚਲਾ ਰਹੇ ਹੁੰਦੇ ਹਨ ਉਹਨਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨੇ ਸੰਸਥਾ ਨੂੰ ਰਨ ਕਰਨਾ, ਔਰ ਜੋ ਉਹਨਾਂ ਦੀ ਸਟੇਟ ਦੇ ਲੋਕ ਆ ਜਿਨ੍ਹਾਂ ਨੂੰ ਉਹ ਰਿਪਰੈਜ਼ੈਂਟ ਕਰ ਰਹੇ ਆ ਜੀ, ਉਹਨਾਂ ਦੀਆਂ ਭਾਵਨਾਵਾਂ ਤੇ ਖਰੇ ਉਤਰਨਾ। ਹੁਣ ਅਸਲ ਕਹਾਣੀ ਇਹ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਕਿਵੇਂ, ਇਹ ਤੁਹਾਨੂੰ ਵੀ ਪਤਾ। ਇਹਦੇ ਲਈ ਲੰਬੀ ਜਦੋਜਹਿਦ ਹੋਈ ਹੈ। ਲੰਬੀ ਜਦੋਜਹਿਦ ਤੋਂ ਬਾਅਦ 2014 ਦੇ ਵਿੱਚ ਜਿਹੜਾ ਹੈ ਇਹ ਐਕਟ ਪਾਸ ਹੋਇਆ ਸੀ ਵਿਧਾਨ ਸਭਾ 'ਚ, ਪਰ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ 'ਚ ਚਲੇ ਗਈ ਤਾਂ 2022 ਦੇ ਵਿੱਚ ਜਾ ਕੇ ਸੁਪਰੀਮ ਕੋਰਟ ਨੇ ਵੀ ਇਹਨੂੰ ਮਾਨਤਾ ਦੇ ਦਿੱਤੀ ਤੇ ਉਹ ਪਟੀਸ਼ਨ ਰੱਦ ਕਰਕੇ ਕਾਨੂੰਨੀ ਮਾਨਤਾ ਹਰਿਆਣਾ ਕਮੇਟੀ ਨੂੰ ਦੇ ਦਿੱਤੀ ਜੀ। ਪਰ ਦੁੱਖ ਦੀ ਗੱਲ ਇਹ ਹੋਈ ਕਿ ਜਿਹੜੇ ਬੰਦਿਆਂ ਨੇ ਹਰਿਆਣਾ ਕਮੇਟੀ ਲਈ ਡੱਕਾ ਨਹੀਂ ਸੀ ਤੋੜਿਆ, ਕਦੇ ਹਰਿਆਣਾ ਕਮੇਟੀ ਦਾ ਨਾਂ ਨਹੀਂ ਲਿਆ, ਕਦੇ ਹਰਿਆਣਾ ਕਮੇਟੀ ਵਾਸਤੇ ਇੱਕ ਦਿਨ ਦਾ ਥਾਣਾ ਨਹੀਂ ਦੇਖਿਆ, ਕੋਈ ਧਰਨਾ ਮੁਜ਼ਾਹਰਾ ਨਹੀਂ ਕੀਤਾ, ਕਦੇ ਉਹਨਾਂ ਨੇ ਕੋਈ ਵੀ ਸਟਰਗਲ ਦੇ ਵਿੱਚ ਹਿੱਸਾ ਨਹੀਂ ਲਿਆ, ਤੇ ਸਟਰਗਲ ਕਰ ਰਹੇ ਲੋਕਾਂ ਲਈ ਦੋ ਪ੍ਰਸ਼ਾਦੇ ਬਣਾ ਕੇ ਵੀ ਨਹੀਂ ਲਗਾਏ। ਉਹ ਮਹੰਤ ਜਦੋਂ ਇਹਦਾ ਪ੍ਰਧਾਨ ਬਣਾ ਦਿੱਤਾ, ਅਣਜਾਣ ਸੀ ਉਹ ਸਾਰੇ ਕਾਸੇ ਤੋਂ, ਤਾਂ ਉਸ ਨੇ ਇਹ ਸਾਰਾ ਸਿਸਟਮ ਜਿਹੜਾ ਸੀ ਅਜਿਹੇ ਹਾਲਾਤਾਂ 'ਚ ਪਹੁੰਚਾ ਦਿੱਤਾ ਕਿ ਜਿਹੜੀ ਅਸੀਂ ਸੰਸਥਾ ਇੱਕ ਬੜੀ ਮਿਹਨਤ ਨਾਲ ਜਦੋਜਹਿਦ ਨਾਲ ਖੜੀ ਕੀਤੀ ਸੀ ਉਹਨੂੰ ਮੁੜ ਕੌਮਾਂ 'ਚ ਲੈ ਗਿਆ। ਤੇ ਅੱਜ ਹਾਲਾਤ ਜਿਹੜੇ ਬਣੇ ਆ ਇਹ ਉਸ ਮਹੰਤ ਦੇ ਕਾਰਨ ਹੀ ਬਣੇ ਆ, ਕਿਉਂਕਿ ਜਿਸ ਤਰ੍ਹਾਂ ਕਿਸੇ ਗੱਡੀ ਦਾ, ਬੱਸ ਦਾ, ਕਾਰ ਦਾ ਡਰਾਈਵਰ ਨਸ਼ਈ ਹੋਵੇ, ਸ਼ਰਾਬੀ ਕਬਾਬੀ ਹੋਵੇ, ਤਾਂ ਉਹ ਫਿਰ ਸਵਾਰੀਆਂ ਦਾ ਤਾਂ ਰੱਬ ਹੀ ਜ਼ਿੰਮੇਵਾਰ ਹੁੰਦਾ। ਰੱਬੀ ਦਾਦੂਵਾਲ ਸਾਹਿਬ, ਆਈ ਐਮ ਸੌਰੀ ਵਿੱਚੋਂ ਟੋਕਣ ਲੱਗਿਆ, ਪਰ ਇੱਕ ਸਵਾਲ ਹੈ, ਸ਼ਾਇਦ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜਿਹੜੇ ਦੁਨੀਆ ਭਰ 'ਚ ਬੈਠੇ ਦਰਸ਼ਕ ਸੁਣ ਰਹੇ ਆ ਉਹਨਾਂ ਦੇ ਮਨਾਂ 'ਚ ਵੀ ਇਹ ਸਵਾਲ ਹੋ ਸਕਦਾ ਹੈ। ਜਿਸ ਤਰ੍ਹਾਂ ਮਹੰਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ, ਤੁਸੀਂ ਕਹਿੰਦੇ ਉਹਦੀ ਕੋਈ ਭੂਮਿਕਾ ਕੋਈ ਨਹੀਂ ਸੀ, ਕੋਈ ਯੋਗਦਾਨ ਨਹੀਂ ਸੀ, ਸਿੱਧੇ ਤੌਰ ਤੇ ਵੀ ਅਸਿੱਧੇ ਤੌਰ ਤੇ, ਫਿਰ ਵੀ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਫਿਰ ਮਹੰਤ ਆਪਣੇ ਆਪ ਤਾਂ ਦੇਖੋ ਪ੍ਰਧਾਨ ਬਣ ਨਹੀਂ ਸਕਦੇ, ਸੋ ਇਹ ਗੱਲ ਸਵਾਲ ਤਾਂ ਬਣਦਾ ਹੀ ਹੈ ਨਾ ਜੀ, ਕੀ ਲੱਗਦਾ ਫਿਰ ਸਰਕਾਰ ਵੱਲੋਂ ਸਿੱਧੇ ਤੌਰ ਤੇ ਦਖਲ ਦੇ ਕੇ ਆਪਣੀ ਮਰਜ਼ੀ ਦਾ ਪ੍ਰਧਾਨ ਥਾਪਿਆ ਗਿਆ ਤਾਂ ਕਿ ਜਿੱਦਾਂ ਚਾਹਣ ਉਦਾਂ ਚਲਾਉਣ? ਇਹ ਤਾਂ ਜਿੰਨਾ ਮੈਂਬਰ ਸਾਹਿਬਾਨਾਂ ਨੇ ਜਕਾਰੇ ਛੱਡ ਕੇ ਹੱਥ ਖੜੇ ਕੀਤੇ ਜਾਂ ਨਾ ਪ੍ਰਪੋਜ਼ ਕੀਤਾ, ਇਹ ਤਾਂ ਉਹੀ ਦੱਸ ਸਕਦੇ ਆ ਜੀ। ਪਰ ਮੈਂ ਇੰਨਾ ਕਹਿ ਸਕਦਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਐਡ ਹੌਕ ਜਿਹੜੀ ਸੀ ਉਹ ਸਰਕਾਰ ਨੇ ਬਣਾਉਣੀ ਸੀ। ਕੁਝ ਗੱਲਾਂ ਸਰਕਾਰ ਨੇ ਕਰਨੀਆਂ, ਜਿਵੇਂ ਹੁਣ ਵਾਰਡਬੰਦੀ ਸਰਕਾਰ ਨੇ ਕਰਨੀ ਹੈ, ਵੋਟਾਂ ਸਰਕਾਰ ਨੇ ਬਣਾਉਣੀਆਂ, ਇਲੈਕਸ਼ਨ ਸਰਕਾਰ ਨੇ ਕਰਾਉਣੀ, ਇਸੇ ਤਰ੍ਹਾਂ ਐਡ ਹੌਕ ਵੀ ਸਰਕਾਰ ਨੇ ਬਣਾਉਣੀ ਸੀ, ਜਿਹਨੇ ਐਡ ਹੌਕ ਪ੍ਰਬੰਧ ਕਰਨਾ ਸੀ। ਬਾਅਦ ਵਿੱਚ ਸੰਗਤਾਂ ਦੇ ਚੁਣੇ ਹੋਏ ਨੁਮਾਇੰਦੇ ਆਉਣੇ ਜੀ। ਪਰ ਜਦੋਂ ਉਸ ਨੂੰ ਬਣਾਇਆ ਗਿਆ, ਉਹਦਾ ਨਾਮ ਪ੍ਰਪੋਜ਼ ਹੋਇਆ, ਤਾਂ ਮੈਂ ਤਾਂ ਉਸੇ ਵੇਲੇ ਵਾਕਆਊਟ ਕਰ ਦਿੱਤਾ। ਮੈਂ ਤਾਂ ਉਹਦਾ ਬਾਈਕਾਟ ਕਰਕੇ ਬਾਹਰ ਆ ਗਿਆ। ਬਾਹਰ ਆ ਕੇ ਸਟੇਟਮੈਂਟ ਵੀ ਜਾਰੀ ਕੀਤੀ ਸੀ ਕਿ ਇਹ ਮਹੰਤ ਦੀ ਕ੍ਰੈਡੀਬਿਲਿਟੀ ਨਹੀਂ ਆ ਸਾਡੀ ਇਹ ਸੰਸਥਾ ਨੂੰ ਚਲਾਉਣ ਲਈ। 1921 ਚ ਮਹੰਤ ਕੱਢੇ ਸੀ, ਖੂਨ ਡੋਲ ਕੇ, ਡਾਂਗਾ ਮਾਰ ਮਾਰ ਕੇ ਉੱਥੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਮਹੰਤਾਂ ਨੇ। ਤੇ ਇਹਨਾਂ ਮਹੰਤਾਂ ਨੂੰ 1921 ਚ ਕੱਢਿਆ, 2022 ਚ ਕਿਵੇਂ? ਪਰ ਜਿਹੜੇ ਸਾਡੇ ਸਤਿਕਾਰਯੋਗ ਮੈਂਬਰਾਂ ਨੇ ਜਕਾਰੇ ਛੱਡੇ ਸੀ, ਹੱਥ ਖੜੇ ਕੀਤੇ ਸੀ, ਉਸ ਦਿਨ ਮੈਂ ਇਕੱਲੇ ਨੇ ਵਾਕਆਊਟ ਕੀਤਾ ਸੀ, ਪਰ ਅੱਜ 20+ ਹੋ ਗਏ। ਅੱਜ ਉਹਨਾਂ ਨੇ ਸਾਰਿਆਂ ਨੇ, ਜਿਨ੍ਹਾਂ ਨੂੰ ਸਮਝ ਆ ਰਹੀ, ਅੱਜ ਕਈ ਫਿਰ ਵੀ ਅਜੇ ਕਈ ਲਾਲਚਾਂ ਦੇ ਵਿੱਚ ਮਹੰਤ ਦੀ ਗੋਦ ਵਿੱਚ ਬੈਠੇ ਆ, ਜਿਨ੍ਹਾਂ ਨੂੰ ਲਾਲਚ ਹੈ। ਕਿਸੇ ਨੂੰ ਇਹ ਹੈ ਕਿ ਮੇਰਾ ਧੀ ਪੁੱਤ ਲੱਗ ਜੇ, ਕਿਸੇ ਨੂੰ ਇਹ ਹੈ ਕਿ ਮੇਰਾ ਧੀ ਪੁੱਤ ਕਿਸੇ ਸਕੂਲ ਕਾਲਜ 'ਚ ਪੱਕਾ ਹੋ ਜੇ, ਗੁਰਦੁਆਰੇ 'ਚ ਮੁਲਾਜ਼ਮ ਲੱਗ ਜੇ, ਕਿਸੇ ਨੂੰ ਇਹ ਹੈ ਕਿ ਮੇਰੇ ਹੋਰ ਸਵਾਰਥ 4 ਮੁਲਾਜ਼ਮ ਲੱਗ ਜਾਣ ਮੇਰੇ। ਉਹ ਅੱਜ ਵੀ ਮਹੰਤ ਦੀ ਗੋਦ ਵਿੱਚ ਬੈਠੇ ਆ। ਪਰ ਮੇਰਾ ਤੁਸੀਂ ਬਹੁਤ ਵੱਡਾ ਜੋ ਜੋ ਕਮੈਂਟ ਕਰ ਰਹੇ ਹੋ, ਦੇਖੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਾਂ ਗੱਲ ਕਰਦੇ ਹਾਂ, ਜੇ ਆਪਣੇ ਧੀ ਪੁੱਤ ਨੂੰ ਲਵਾਉਣ ਲਈ, ਕਿਸੇ ਮੁਲਾਜ਼ਮ ਨੂੰ ਪੱਕਾ ਕਰਨ ਲਈ, ਛੋਟੇ ਮੋਟੇ ਫਾਇਦੇ ਲੈਣ ਦੇ ਲਈ ਕਮੇਟੀ ਦੇ ਹਿੱਤ ਜਾਂ ਸਿੱਖਾਂ ਦਾ ਜਿਹੜੇ ਹਿੱਤਾਂ ਨੂੰ ਕੁਰਬਾਨ ਕੀਤਾ ਜਾ ਸਕਦਾ ਹੈ, ਫਿਰ ਤਾਂ ਰੱਬ ਹੀ ਰਾਖਾ। ਦਾਦੂਵਾਲ ਸਾਹਿਬ, ਇਹੋ ਜਿਹੀ ਸਿੱਖ ਲੀਡਰਸ਼ਿਪ ਤੋਂ ਪੂਰੀ ਹੋ ਲੈਂਦੇ ਹੋ। ਇੱਕ ਮਿੰਟ ਬਾਅਦ ਚ ਤੁਸੀਂ ਅਗਲਾ ਕਮੈਂਟ ਲੈ ਲਿਓ ਕਿ ਉਸ ਮਹੰਤ ਨੇ ਜਿਹਨੇ ਡੱਕਾ ਨਹੀਂ ਸੀ ਤੋੜਿਆ ਇਸ ਕਮੇਟੀ ਲਈ,
ਜਿਨ੍ਹਾਂ ਨੇ ਸਟਰਗਲ ਕੀਤੀ ਆ, ਧਰਨੇ ਮੁਜ਼ਾਹਰੇ ਜਾਂ ਲੰਬੀ ਜਦੋਜਹਿਦ, ਉਹੀ ਇਸ ਕਮੇਟੀ ਦੀ ਅਹਿਮੀਅਤ ਨੂੰ ਜਾਣ ਸਕਦੇ ਸੀਗੇ, ਉਹੀ ਵਧੀਆ ਤਰੀਕੇ ਨਾਲ ਰਨ ਕਰ ਸਕਦੇ ਸੀ। ਹੁਣ ਉਹਨੇ ਆਪਣੀ ਦਾੜੀ ਜਿਹੜੀ ਹੈ ਖੁਦ ਫੜਾ ਦਿੱਤੀ ਆ ਉਸ ਪਾਸੇ ਕਿ ਜਿਹੜੇ ਚਾਹੁੰਦੇ ਸੀਗੇ ਕਿ ਇਸ ਕਮੇਟੀ ਨੂੰ ਖੇ ਖਰਾਬ ਕੀਤਾ ਜਾਵੇ। ਮੈਂ ਪਹਿਲਾਂ ਕਹਿ ਚੁੱਕਾ ਕਿ ਮਹੰਤ ਨੇ ਬਾਦਲ ਪਰਿਵਾਰ ਦਾ ਟੈਂਡਰ ਚੁੱਕਿਆ ਹੋਇਆ ਇਸ ਕਮੇਟੀ ਨੂੰ ਬਦਨਾਮ ਕਰਕੇ ਮੁੜ ਉਹਨਾਂ ਦੀ ਝੋਲੀ ਚ ਪਾਉਣ ਲਈ, ਤਾਂ ਹੀ ਉਹਨਾਂ ਦਾ ਹੀ ਮੁੱਖ ਸਕੱਤਰ ਲਿਆ ਕੇ ਲਾਤਾ, ਉਹਨਾਂ ਦਾ ਹੀ USD ਲਿਆ ਕੇ ਲਾਤਾ, ਉਹਨਾਂ ਤੋਂ ਹੀ ਡਾਇਰੈਕਸ਼ਨ ਲੈ ਕੇ ਕੰਮ ਕਰ ਰਿਹਾ ਉਹ। ਹੁਣ ਮੈਂਬਰਾਂ ਨੂੰ ਸਮਝ ਆ ਰਹੀ ਹੈ, ਤਾਂ ਹੀ ਮੈਂਬਰ ਬਗਾਵਤ ਤੇ ਆ ਰਹੇ ਨੇ ਕਿ ਜਿਹੜੇ ਸਮਝਦਾਰ ਸਿਆਣੇ ਮੈਂਬਰ ਆ ਤਾਂ ਹੀ ਆ ਰਹੇ। ਸਾਡੀ ਬਦਕਿਸਮਤੀ ਇਹ ਰਹੀ ਆ ਸਾਡੀ ਇਹ ਸੰਸਥਾ ਦੀ, ਹਰਿਆਣੇ ਦੇ ਸਿੱਖਾਂ ਦੀ, ਕਿ ਇੱਕ ਮਹੰਤ ਪ੍ਰੈਜ਼ੀਡੈਂਟ ਬਣ ਗਿਆ ਜਿਹਨੂੰ ਇਸ ਕਮੇਟੀ ਬਾਰੇ ਰਤਾ ਨਹੀਂ ਪਤਾ ਤੇ ਜਿਹੜਾ ਧਾਰਮਿਕ ਤੌਰ ਤੇ ਫੇਲ ਹੋ ਚੁੱਕਾ। ਜੀ ਦਾਦੂਵਾਲ ਸਾਹਿਬ, ਅਹਿਮ ਇਸ਼ੂ ਹੈ। ਆਪਾਂ ਫੇਰ ਆਵਾਂਗੇ ਤੁਹਾਡੇ ਵੱਲ, ਬਾਕੀ ਮਹਿਮਾਨ ਆਪਾਂ ਉਹਨਾਂ ਤੋਂ ਵੀ ਸਵਾਲ ਲਈਏ। ਜਿਸ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ ਉਸ ਮੁੱਦੇ ਤੇ ਪੀਰ ਮੁਹੰਮਦ ਜੀ, ਇੱਕ ਜਿੱਥੋਂ ਤੱਕ ਸਵਾਲ ਹੈ ਹਰਿਆਣਾ ਦੇ ਸਿੱਖਾਂ ਦੇ ਪ੍ਰਬੰਧ ਨੂੰ ਲੈ ਕੇ, ਉਹਦੇ ਬਾਰੇ ਤਾਂ ਸਵਾਲ ਉੱਠ ਹੀ ਰਹੇ ਹੈ, ਪਰ ਅਕਾਲੀ ਦਲ ਦੀ ਲੀਡਰਸ਼ਿਪ ਬਾਰੇ ਅਜੇ ਵੀ ਲਗਾਤਾਰ ਸਵਾਲ ਉਠਾਏ ਜਾ ਰਹੇ ਹੈ ਕਿ ਉਹੀ ਫੇਰ ਚਾਹੁੰਦੇ ਆ ਕਿ ਹਰਿਆਣੇ ਦੇ ਅੰਦਰ ਜਿਹੜੀ ਹਰਿਆਣਾ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਕਹਿੰਦੇ ਨੇ ਸੰਘਰਸ਼ ਤੋਂ ਬਾਅਦ ਹੋਂਦ ਚਾਹੀ ਹੈ, ਜਾਂ ਤਾਂ ਉਹਨੂੰ ਆਪਣੇ ਕਬਜ਼ੇ 'ਚ ਰੱਖਣਾ ਚਾਹੁੰਦੇ ਆ ਜਾਂ ਫੇਲ ਕਰਨਾ ਚਾਹੁੰਦੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ। ਜੀ ਪੀਰ ਮੁਹੰਮਦ ਜੀ, ਮੈਂ ਆਪਣੀ ਟੀਮ ਨੂੰ ਕਹਾਂਗਾ ਪੀਰ ਮੁਹੰਮਦ ਜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ। ਆਪਾਂ ਸਵਾਲ ਜਿਹੜਾ ਹੈਗਾ ਜਿਸ ਮਾਮਲੇ ਤੇ ਆਪਾਂ ਜ਼ਿਕਰ ਕਰਦੇ ਹਾਂ ਨਲਵੀ ਸਾਹਿਬ, ਸਵਾਲ ਇਹ ਹੈ ਕਿ ਲੱਗਦਾ ਹੈ ਕਿ ਜਿਹੜੀ ਇੰਨੀ ਸਿੱਖ ਲੀਡਰਸ਼ਿਪ ਦੀ ਆਪਾਂ ਜਦੋਂ ਜ਼ਿਕਰ ਕੀਤਾ ਹੈ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਅੱਜ ਕਾਬਜ਼ ਹੈ ਉਹ ਅਜੇ ਵੀ ਇੰਨੀ ਮਜ਼ਬੂਤ ਹੈ ਕਿ ਹਰਿਆਣਾ 'ਚ ਜਾ ਕੇ ਫੇਰ ਦਖਲ ਦੇ ਸਕਦੀ ਹੈ, ਜਾਂ ਤੁਹਾਡਾ ਜਿਹੜਾ ਕੀਤਾ ਵਾ ਪ੍ਰਬੰਧ ਹੈ ਜਾਂ ਇੰਨੀ ਮਿਹਨਤ ਨਾਲ ਇੱਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ ਕੀਤੀ ਹੈ ਉਸ ਨੂੰ ਪੂਰਾ ਲੈ ਜਾ ਸਕਦਾ? ਨਲਵੀ ਸਾਹਿਬ, ਕਿਵੇਂ ਲੱਗਦਾ ਇਸ ਮੁੱਦੇ ਤੇ ਕਿ ਅਜੇ ਵੀ ਜਿਹੜੀ ਹੈਗੀ ਹੈ ਅਕਾਲੀ ਦਲ ਦੀ ਲੀਡਰਸ਼ਿਪ ਇੰਨੀ ਮਜ਼ਬੂਤ ਹੈ ਕਿ ਹਰਿਆਣਾ ਦੇ 'ਚ ਜਾ ਕੇ ਦਖਲ ਦੇ ਕੇ ਹੁਣ ਵੀ ਉਹ ਹਰਿਆਣਾ ਦੀ ਕਮੇਟੀ ਨੂੰ ਫੇਲ ਕਰ ਸਕਦੀ ਹੈ? ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਕਿ ਦਿਨ ਤੇ ਰਾਤ ਇਹ ਕਹਿੰਦੀ ਰਹਿੰਦੀ ਹੈ ਕਿ ਵੀ ਪੰਥ ਦੇ ਅਸਲ ਗਾਰਡੀਅਨ ਅਸੀਂ ਹਾਂ, ਦੁੱਖ ਸੁੱਖ ਦੇ ਕੰਮ ਆਉਣ ਵਾਲੇ ਹਾਂ, ਪੰਥ ਅਸੀਂ ਹੀ ਹਾਂ, ਹੋਰ ਕੋਈ ਪੰਥ ਹੈ ਹੀ ਨਹੀਂ। ਉਹ ਹਰਿਆਣੇ ਦੇ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਰੱਕੀ ਕਰਦਾ ਨਹੀਂ ਵੇਖਣਾ ਚਾਹੁੰਦੇ। ਇਹ ਜੇ ਪੰਜਾਬੀ ਸੂਬਾ ਨਾ ਮੰਗਦੇ ਤੇ ਹਰਿਆਣੇ ਦੇ ਸਿੱਖ ਹਰਿਆਣੇ ਦੇ ਵਿੱਚ ਸਾਂਝੇ ਵੱਡੇ ਪੰਜਾਬ ਦੇ ਵਿੱਚ ਹੁੰਦੇ ਤੇ ਹਰਿਆਣੇ ਦੇ ਸਿੱਖਾਂ ਨੂੰ ਕੋਈ ਸਮੱਸਿਆ ਨਹੀਂ ਸੀਗੀ। ਜੇ ਇਹ ਪੰਥਕ ਲੀਡਰ ਨੇ ਤਾਂ ਇਹਨਾਂ ਦਾ ਫਰਜ਼ ਬਣਦਾ ਸੀਗਾ ਕਿ ਅਸੀਂ ਜਿਸ ਸਟੇਟ ਵਿੱਚ ਰਹਿੰਦੇ ਹਾਂ ਉੱਥੇ ਅਸੀਂ ਘੱਟ ਗਿਣਤੀ ਵਿੱਚ ਹਾਂ ਅਤੇ ਸਾਡੀਆਂ ਕਿਸੇ ਵੀ ਸਰਕਾਰਾਂ ਨੇ ਸਾਡੀ ਕਦੀ ਬਾਤ ਨਹੀਂ ਪੁੱਛੀ, ਅਤੇ ਇਹ ਵੀ ਜਿਹੜੇ ਨੇ ਇਹ ਸਰਕਾਰ ਨਾਲੋਂ ਉੱਤੇ ਜਾ ਕੇ ਇਹ ਸਾਨੂੰ ਕਾਂਗਰਸ ਪਾਰਟੀ ਜਿਹਨੂੰ ਇਹ ਕਹਿੰਦੇ ਨੇ ਕਿ ਵੀ ਇਹ ਸਿੱਖ ਦੁਸ਼ਮਣ ਜਮਾਤ ਹੈ, ਉਹਨਾਂ ਨੇ ਸਾਨੂੰ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀ ਅਤੇ ਬਾਦਲ ਸਾਹਿਬ ਅਤੇ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਉਹ ਸੁਪਰੀਮ ਕੋਰਟ 'ਚ ਚਲੇ ਗਏ ਕਿ ਵੀ ਇਹ ਕਾਨੂੰਨ ਰੱਦ ਹੋਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਫੈਸਲਾ ਜਿਸ ਵੇਲੇ ਹੱਕ 'ਚ ਦੇ ਦਿੱਤਾ ਤਾਂ ਬਾਦਲ ਸਾਹਿਬ ਅਤੇ ਸਾਰੀ ਅਕਾਲੀ ਦਲ ਦੀ ਟੀਮ ਜਿਹੜੀ ਹੈ ਉਹ ਪ੍ਰਾਈਮ ਮਿਨਿਸਟਰ ਤੋਂ ਲੱਗ ਕੇ ਅਖੀਰਲੇ ਮਿਨਿਸਟਰ ਤੱਕ ਉਹਨਾਂ ਦੇ ਦਰਬਾਰ 'ਚ ਜਾ ਕੇ ਬੈਠ ਗਈ ਕਿ ਵੀ ਜਿਵੇਂ ਮਰਜ਼ੀ ਕਰ ਦਿਓ, ਇਸ ਕਾਨੂੰਨ ਨੂੰ ਰੱਦ ਕਰੋ, ਦਖਲਅੰਦਾਜ਼ੀ ਕਰੋ, ਇਹ ਕਰੋ ਉਹ ਕਰੋ। ਮੈਂ ਹੁਣ ਇਹਨਾਂ ਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ ਹਰਿਆਣੇ ਦੀ ਸਿੱਖ ਸੰਗਤ ਵੱਲੋਂ, ਇਹ ਜਿੰਨਾ ਮਰਜ਼ੀ ਢਿੱਲ ਲਾ ਲੈਣ, ਇਹਨਾਂ ਦੀ ਉੱਥੇ ਕੁਛ ਨਹੀਂ ਵਟੀਜਦਾ, ਨਾ ਇਹਨਾਂ ਦੇ ਕੁਛ ਪੱਲੇ ਹੈਗਾ, ਨਾ ਸਿੱਖ ਸੰਗਤ ਇਹਨਾਂ ਦੇ ਨਾਲ ਹੈ। ਸਿੱਖ ਸੰਗਤ ਨੂੰ ਗੁਲਾਮੀ ਨਹੀਂ ਚਾਹੀਦੀ, ਸਿੱਖ ਸੰਗਤ ਨੂੰ ਆਜ਼ਾਦੀ ਚਾਹੀਦੀ ਹੈ। ਉਹਨਾਂ ਨੂੰ ਧਾਰਮਿਕ ਆਜ਼ਾਦੀ ਅਸਾਂ ਲਈ ਹੈ, ਇਹ ਸਾਡਾ ਫਸਟ ਸਟੈਪ ਹੈ। ਹੁਣ ਸਾਡਾ ਅਗਲਾ ਜਿਹੜਾ ਸਟੈਪ ਹੈ ਉਹ ਅਸੀਂ ਹਰਿਆਣੇ ਦੇ ਸਿੱਖਾਂ ਨੂੰ ਰਾਜਨੀਤਿਕ ਪਾਰਟੀਸਪੇਸ਼ਨ ਭਾਗੀਦਾਰੀ ਉਹ ਲੈ ਕੇ ਇਨ ਫਸਟ ਟਰਾਂਸ ਲੈ ਕੇ ਦਿਆਂਗੇ ਤੇ ਫਿਰ ਅਸੀਂ ਆਪਣੇ ਪੈਰਾਂ 'ਤੇ ਖੜੋ ਕੇ ਰਾਜਨੀਤਿਕ ਭਾਗੀਦਾਰ ਬਰਾਬਰ ਦੇ ਬਣਨਾ ਚਾਹਾਂਗੇ। ਤੇ ਇਹ ਅਸੀਂ ਬੇਨਤੀ ਕਰ ਰਹੇ ਹਾਂ ਕਿ ਪੰਥ ਪ੍ਰਸਤ ਜਿਹੜੀਆਂ ਸੰਗਤਾਂ ਆਪਣੇ ਆਪ ਨੂੰ ਕਹਿੰਦੀਆਂ ਨੇ ਉਹ ਕਿਰਪਾਪੂਰਵਕ ਸਾਨੂੰ ਆਪਣੇ ਢੰਗ ਦੇ ਨਾਲ ਆਪਣੇ ਨਵੇਂ ਘਰ ਵਿੱਚ ਆਪਣੇ ਜਿਹੜਾ ਹਰਿਆਣਾ ਹੈ ਉਹਦੇ 'ਚ ਪਾਰਟੀਸਪੇਟ ਕਰਨ ਤੇ ਆਪਣਾ ਯੋਗਦਾਨ ਕਰਨ ਦੀ ਆਪਾਂ ਟਾਈਮ ਦੇਣ। ਪੀਰ ਮੁਹੰਮਦ ਜੀ ਤੋਂ ਟੈਕਨੀਕਲ ਵਜ੍ਹਾ ਕਰਕੇ ਪੀਰ ਮੁਹੰਮਦ ਜੀ ਆਵਾਜ਼ ਸੁਣ ਪਾ ਰਹੇ ਹੋ? ਦਾਦੂਆ ਸਾਹਿਬ, ਤੁਹਾਡੇ ਤੋਂ ਹੀ ਮੈਂ ਸਵਾਲ ਲੈਣ ਲੱਗਿਆ, ਬਿਲਕੁਲ ਉਹ ਸਵਾਲ ਜਿਸ ਮੁੱਦੇ 'ਤੇ ਤੁਸੀਂ ਆਪ ਵੀ ਜ਼ਿਕਰ ਕਰ ਰਹੇ ਹੋ ਕਿ ਕੀ ਅਕਾਲੀ ਦਲ ਲੀਡਰਸ਼ਿਪ, ਤੁਸੀਂ ਬਾਦਲਾਂ ਦਾ ਜ਼ਿਕਰ ਕਰ ਦਿਓ, ਅਜੇ ਵੀ ਇੰਨੀ ਮਜ਼ਬੂਤ ਹੈ ਕਿ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ, ਹੋਂਦ 'ਚ ਆ ਗਈ, ਦੇਖੋ ਮੈਂਬਰ ਵੀ ਬਣ ਗਿਆ, ਚਲੋ ਮਤਭੇਦ ਹੋ ਸਕਦੇ ਹੈ, ਕਿ ਜੇ ਲੱਗਦਾ ਹੈ ਕਿ ਅਜੇ ਵੀ ਸਿੱਧੇ ਤੌਰ 'ਤੇ ਜਿਹੜਾ ਦਖਲ ਦਿੱਤਾ ਜਾ ਰਿਹਾ ਅਕਾਲੀ ਲੀਡਰਸ਼ਿਪ ਵੱਲੋਂ ਜਾ ਕੇ ਹਰਿਆਣਾ 'ਚ ਇੰਨੇ ਤਕੜੇ ਆ ਉਹ? ਸਿੱਧੂ ਸਾਹਿਬ, ਸੱਚਾਈ ਤੋਂ ਅੱਖਾਂ ਨਹੀਂ ਮੋੜਨੀਆਂ ਚਾਹੀਦੀਆਂ। ਸੱਚਾਈ ਹੁੰਦੀ ਹੈ ਕਿਸੇ ਵੀ ਗੱਲ ਦੀ ਹੋਵੇ।
ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਲਗਾਤਾਰ ਪੰਜਾਬ 'ਚ ਰਾਜ ਕੀਤਾ। 5 ਵਾਰ ਚੀਫ ਮਿਨਿਸਟਰ ਰਿਹਾ ਸਰਦਾਰ ਪ੍ਰਕਾਸ਼ ਸਿੰਘ ਜੀ। ਹਰਿਆਣਾ ਹੁਣ ਤੱਕ ਉਹਨਾਂ ਦੇ ਨਾਲ ਰਿਹਾ। ਹਰਿਆਣੇ 'ਚੋਂ ਆਉਂਦੇ ਸੀ, ਆ ਕੇ ਸੌਦਾ ਕਰ ਜਾਂਦੇ ਸੀ, ਕਦੇ ਕਿਸੇ ਪਾਰਟੀ ਨਾਲ, ਕਦੇ ਕਿਸੇ ਪਾਰਟੀ ਨਾਲ। ਸਿੱਖਾਂ ਦਾ ਬਹੁਤਾਤ ਸਿੱਖ ਜਿਹੜੇ ਆ, ਕਿਉਂਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ, ਸੱਚਖੰਡ ਦਰਬਾਰ ਸਾਹਿਬ ਨੂੰ ਸਮਰਪਿਤ ਆ ਸਾਰੇ ਸਿੱਖ, ਤਾਂ ਉਹ ਸਾਨੂੰ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਨਾਂ ਤੇ ਇਮੋਸ਼ਨਲ ਬਲੈਕਮੇਲ ਕਰ ਜਾਂਦੇ ਸੀਗੇ। ਉਹ ਅੱਜ ਵੀ ਬਹੁਤ ਸਾਰੇ ਸਿੱਖ ਆ ਜਿਹੜੇ ਹਰਿਆਣੇ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨਾਲ ਜੁੜੇ, ਉਹਨਾਂ ਦਾ ਸਟਰਕਚਰ। ਮੈਨੂੰ ਤੁਸੀਂ ਇੱਕ ਗੱਲ ਦੱਸੋ ਸਿੱਧੂ ਸਾਹਿਬ, ਚਾਹੇ ਟੀਵੀ ਤੇ ਕੋਈ ਗੱਲਾਂ ਮਾਰ ਲਈ, ਚਾਹੇ ਉਦਾਂ ਗੱਲਾਂ ਮਾਰ ਲਈ, ਅਕਾਲੀ ਦਲ ਦਾ ਇੱਕ ਸਟਰਕਚਰ ਆ ਅੱਜ ਵੀ, ਪੰਜਾਬ ਵਿੱਚ ਵੀ ਆ, ਹਰਿਆਣੇ 'ਚ ਵੀ ਆ ਜੀ। ਉਹਨਾਂ ਨੇ ਪੁਰਾਣਾ, ਕਿਉਂਕਿ 10 ਸਾਲ ਲਗਾਤਾਰ ਰਾਜ ਕੀਤਾ, ਫਿਰ 5 ਵਾਰ ਦੇ ਚੀਫ ਮਿਨਿਸਟਰ ਆ। ਐਵੇਂ ਹਵਾ 'ਚ ਗੱਲਾਂ ਕਰੀ ਜਾਣੀਆਂ, ਉਹ ਗੱਲ ਵੱਖਰੀ ਆ। ਅੱਜ ਵੀ ਉਹ ਪੂਰੀ ਤਰ੍ਹਾਂ ਨਾਲ ਇੱਥੇ ਸਟਰੋਂਗ ਆ, ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੀ ਦਖਲਅੰਦਾਜ਼ੀ ਆ। ਤੇ ਦੁੱਖ ਦੀ ਗੱਲ ਆ ਕਿ ਜਿਨ੍ਹਾਂ ਨੇ ਅਸੀਂ ਹੁਣ, ਸਾਡਾ ਜਿਹੜੇ ਹਰਿਆਣਾ ਕਮੇਟੀ ਵਾਲੇ, ਸਾਡਾ ਬੋਰਡ ਕੀ ਆ, ਬੈਨਰ ਕੀ ਆ ਸਾਡਾ, ਕਿਹੜੇ ਬੈਨਰ ਤੇ ਇਲੈਕਸ਼ਨ ਲੜਨੀ ਆ, ਕਿਹੜੇ ਬੋਰਡ ਤੇ ਇਲੈਕਸ਼ਨ ਲੜਨੀ ਆ, ਕਿਹੜੇ ਨਾਂ ਦੇ ਉੱਤੇ ਇਲੈਕਸ਼ਨ ਲੜਨੀ ਆ। ਕਿਉਂਕਿ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ ਤਾਂ ਇਲੈਕਸ਼ਨ ਲੜੀ ਨਹੀਂ ਜਾ ਸਕਦੀ, ਉਹ ਤਾਂ ਇੱਕ ਧਾਰਮਿਕ ਬੋਡੀ ਬਣ ਗਈ ਜੀ। ਹੁਣ ਲੜਨ ਵਾਸਤੇ ਕੋਈ ਵੱਖਰਾ ਦਲ ਪੰਥ ਚਾਹੀਦਾ ਨਾ, ਕੋਈ ਬੋਰਡ ਬੈਨਰ ਚਾਹੀਦਾ ਨਾ। ਉਹ ਹੈ ਕਿਹੜਾ ਦੱਸੋ? ਇੱਥੇ ਤਾਂ 9 ਪੂਰਬੀ 11 ਚੁੱਲ੍ਹੇ ਆ ਹਰਿਆਣਾ ਦੇ ਵਿੱਚ, ਜਿੰਨੇ ਸਿੱਖ ਆਪੋ ਆਪਣੀ ਡਫਲੀ ਸਾਰੇ ਵਜਾ ਰਹੇ ਆ। ਕੋਈ ਇੱਕ ਪਲੇਟਫਾਰਮ ਤੇ ਹੈ? ਜਿਨ੍ਹਾਂ ਨੇ ਲੜਾਈ ਲੜੀ, ਜਿਨ੍ਹਾਂ ਨੇ ਬਣਾਈ, ਉਹਨਾਂ ਨੂੰ ਭੰਡਣ ਤੇ ਲੱਗੇ ਆ ਬਹੁਤੇ। ਸਿੱਖ ਸੰਗਤਾਂ ਨਹੀਂ ਆ, ਸਿੱਖ ਸੰਗਤਾਂ ਭਾਵੇਂ ਨਾਲ ਆ ਸਾਡੇ, ਇਸ ਚੀਜ਼ ਦੇ ਨਾਲ ਆ ਕਿ ਹਰਿਆਣੇ ਦੇ ਸਿੱਖਾਂ ਨੂੰ ਹੱਕ ਮਿਲਿਆ, ਹਰਿਆਣੇ ਦੇ ਸਿੱਖਾਂ ਨੂੰ ਰਨ ਕਰਨੀ ਚਾਹੀਦੀ ਕਮੇਟੀ। ਪਰ ਜਿਹੜੇ ਬਹੁਤੇ ਲੀਡਰ ਬਣੇ ਹੋਏ ਆ, ਤੋਰੀ ਫੁਲਕਾ ਮਹਿਕਮਾ ਜਿਹੜਾ ਥਾਂ ਥਾਂ ਦੇ ਉੱਤੇ ਆ, ਹੁਣ ਤੁਸੀਂ ਦੇਖਿਆ ਨਹੀਂ ਆ, ਜਦੋਂ ਤੋਂ ਅਸੀਂ ਜਿੱਤ ਕੇ ਲਿਆ ਦਿੱਤਾ ਵਾ ਫੈਸਲਾ, ਉਦੋਂ ਤੇ ਉਹ ਬੜਿਆਂ ਨੇ ਖੁੰਬਾਂ ਵਾਂਗੂ, ਭਾਦੂ ਦੀਆਂ ਖੁੰਬਾਂ ਵਾਂਗੂ ਨਿਕਲ ਆਏ ਆ ਕਿ ਹੁਣ ਅਸੀਂ ਕਮੇਟੀ ਬਣਾ ਲੈਣੀ, ਹੁਣ ਅਸੀਂ ਬਣਾ ਲੈਣੀ, ਹੁਣ ਅਸੀਂ ਲੀਡਰ, ਹੁਣ ਅਸੀਂ ਲੀਡਰ, ਇਹਨਾਂ ਨੂੰ ਬਾਹਰ ਕੱਢੋ ਜੀ, ਇਹ ਸਰਕਾਰੀ ਕਮੇਟੀ ਜੀ, ਇਹ ਫਲਾਣੀ ਕਮੇਟੀ ਜੀ। ਥੋੜਾ ਰੌਲਾ ਪੈ ਰਿਹਾ। ਔਰ ਮੈਂ ਦੱਸਣਾ ਚਾਹੁੰਦਾ ਸਿੱਧੂ ਸਾਹਿਬ, ਹਵਾ 'ਚ ਤਲਵਾਰਾਂ ਨਹੀਂ ਮਾਰਨੀਆਂ ਚਾਹੀਦੀਆਂ ਤੇ ਸੱਚਾਈ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਵੱਡਾ ਸਟਰਕਚਰ ਆ। ਦੂਸਰਾ, ਉਹਨਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 10-15 ਅਰਬ ਦਾ ਬਜਟ ਆ ਉਹਨਾਂ ਕੋਲੇ, ਤੇ ਉਹਨਾਂ ਨੇ ਜਿਹੜਾ ਪਿਛਲੇ ਦਿਨਾਂ 'ਚ 50-60 ਕਰੋੜ ਦਾ ਬਜਟ ਹਰਿਆਣੇ ਲਈ ਰੱਖਿਆ। ਤੁਸੀਂ ਦੱਸੋ, ਨਾ ਹਰਿਆਣੇ ਦੇ ਵਿੱਚ ਉਹਨਾਂ ਕੋਲ ਕੋਈ ਗੁਰਦੁਆਰਾ ਹੋਣਾ, ਨਾ ਉਹਨਾਂ ਦੇ ਕੋਲ ਕੋਈ ਹਰਿਆਣੇ 'ਚ ਸਕੂਲ ਆ, ਇੱਕ ਮੀਰੀ ਪੀਰੀ ਮੈਡੀਕਲ ਕਾਲਜ ਆ ਗੱਲਾ ਜੀ। ਪਰ ਉਹਨਾਂ ਨੇ ਏਡਾ ਵੱਡਾ ਬਜਟ ਕਾਹਦੇ ਲਈ ਰੱਖਿਆ? ਇਲੈਕਸ਼ਨ ਹੀ ਲੜਨੀਆਂ ਉਹਨਾਂ ਨੇ। ਸੀਟਾਂ 40 ਆ ਤੇ ਬਜਟ ਉਹਨਾਂ ਨੇ 50-60 ਕਰੋੜ ਦਾ ਰੱਖ ਲਿਆ ਪਿਛਲੇ ਬਜਟ ਦੇ ਵਿੱਚ, ਨਵੰਬਰ ਜਦੋਂ ਇਜਲਾਸ ਹੋਇਆ। ਇਸ ਗੱਲ ਤੋਂ ਅੱਖਾਂ ਨਹੀਂ ਮੋੜਨੀਆਂ ਚਾਹੀਦੀਆਂ। ਮੈਂ ਬੇਨਤੀ ਕਰੂੰਗਾ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਖਾਸ ਕਰਕੇ ਕਿ ਐਵੇਂ ਹਵਾਈ ਗੱਲਾਂ 'ਚ ਕੋਈ ਫਾਇਦਾ ਨਹੀਂ ਹੈਗਾ। ਨਾ ਜਿਹੜੇ ਹਵਾਈ ਗੱਲਾਂ ਕਰ ਰਹੇ ਆ ਜਾਂ ਬਾਦਲਾਂ ਦੀ ਡਾਇਰੈਕਸ਼ਨ ਤੇ ਕੰਮ ਕਰ ਰਹੇ ਆ ਕਮੇਟੀ ਨੂੰ ਕਮਜ਼ੋਰ ਕਰਨ ਲਈ, ਉਹਨਾਂ ਤੋਂ ਗੁਰੇਜ਼ ਕਰੋ। ਤੇ ਸੱਚੇ ਸੁੱਚੇ ਜਿਹੜੇ ਕੋਈ ਸੇਵਕ ਹੈਗੇ ਆ, ਜਿਹੜੇ ਕਮੇਟੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ, ਜਿਨ੍ਹਾਂ ਨੇ ਲੜਾਈ ਲੜੀ, ਜੇਲ੍ਹਾਂ ਮੁਕੱਦਮੇ ਕੱਟੇ ਆ ਤੇ ਵਧੀਆ ਪ੍ਰਬੰਧ ਦੇਣਾ ਚਾਹੁੰਦੇ ਆ, ਉਧਰ ਜਿਹੜਾ ਮਹੰਤ ਆ, ਮਹੰਤ ਨੇ ਤਾਂ ਟੈਂਡਰ ਲਿਆ ਹੋਇਆ ਉਹਨਾਂ ਦਾ, ਮਹੰਤ ਤਾਂ ਉਹਨਾਂ ਦੇ। ਥੈਂਕ ਯੂ ਦੁੱਧਵਾਲ ਸਾਹਿਬ, ਮੈਂ ਤੁਹਾਡਾ ਕਮੈਂਟ ਆ ਗਿਆ। ਆਪਾਂ ਕੋਸ਼ਿਸ਼ ਕਰਦੇ ਹਾਂ ਮੁੜ ਕੇ ਪੀਰ ਮੁਹੰਮਦ ਜੀ ਤੋਂ ਇਸ ਮੁੱਦੇ ਤੇ ਕਮੈਂਟ ਲੈਣ ਦੀ। ਪੀਰ ਮੁਹੰਮਦ ਜੀ, ਆਵਾਜ਼ ਸੁਣ ਪਾ ਰਹੇ ਹੋ? ਹਾਂਜੀ ਬਿਲਕੁਲ ਆ ਰਹੀ ਜੀ ਆਵਾਜ਼ ਜੀ। ਪੀਰ ਮੁਹੰਮਦ ਜੀ, ਟੈਕਨੀਕਲ ਤੌਰ ਤੇ ਵਜ੍ਹਾ ਸੀ। ਵੱਡਾ ਸਵਾਲ ਜਿਹੜਾ ਮੈਂ ਸਵਾਲ ਦੁਹਰਾ ਦਿਆਂ ਇੱਕ ਵਾਰ, ਸ਼ਾਇਦ ਹੋ ਸਕਦਾ ਤੁਸੀਂ ਪੂਰੀ ਗੱਲ ਨਾ ਸੁਣ ਪਾ ਸਕੇ ਹੋ। ਸਵਾਲ ਇਹ ਹੈ ਕਿ ਹਰਿਆਣਾ ਦੀ ਜਿਹੜੀ ਸਿੱਖ ਸੰਗਤ ਹੈ ਜਾਂ ਲੀਡਰਸ਼ਿਪ ਵਾਲਿਆਂ ਨੂੰ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਸਿੱਧੇ ਤੌਰ ਤੇ ਉਹਨਾਂ ਦਾ ਬਾਦਲਾਂ ਦੀ ਲੀਡਰਸ਼ਿਪ ਵੱਲ ਇਸ਼ਾਰਾ ਹੈ ਕਿ ਉਹ ਅਜੇ ਵੀ ਸਾਡੇ ਮਾਮਲਿਆਂ 'ਚ ਅੰਦਰੂਨੀ ਤੌਰ ਤੇ ਦਖਲ ਦੇ ਰਹੇ ਹੈ। ਔਰ ਹਰਿਆਣਾ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨੂੰ ਕਾਮਯਾਬ ਜਾਂ ਸਫਲ ਨਹੀਂ ਹੋਣ ਦੇਣਾ ਚਾਹੁੰਦੇ। ਜਿਹੜਾ ਮੌਜੂਦਾ ਪ੍ਰਧਾਨ ਹੈ ਉਹ ਵੀ ਕਹਿੰਦੇ ਉਹਨਾਂ ਦੀ ਬੋਲੀ ਬੋਲਦਾ ਜਾਂ ਉਹਨਾਂ ਦੇ ਇਸ਼ਾਰਿਆਂ ਤੇ ਚੱਲਦਾ ਹੈ। ਇਹੋ ਜਿਹੀ ਸਥਿਤੀ ਹੈ ਪੀਰ ਮੁਹੰਮਦ ਜੀ। ਸਿੱਧੂ ਸਾਹਿਬ, ਅਸਲ ਦੇ ਵਿੱਚ ਗੱਲ ਸਮਝਣ ਦੀ ਲੋੜ ਹੈ। ਜਦੋਂ ਘਰ ਦੇ ਵਿੱਚ ਅਸੀਂ ਬਾਹਰੋਂ ਕੁਝ ਬੰਦੇ ਲਿਆ ਕੇ ਤੇ ਉਹਨਾਂ ਨੂੰ ਵਿੱਚ ਸਾਲਸ ਪਾ ਕੇ ਤੇ ਕਹੀਏ ਕਿ ਉਹ ਸਾਡੇ ਫੈਸਲੇ ਕਰਨਗੇ, ਤਾਂ ਫਿਰ ਇਸ ਤਰ੍ਹਾਂ ਦੇ ਹੀ ਰਿਜ਼ਲਟ ਨਿਕਲਦੇ ਆ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਰਮੌਰ ਸੰਸਥਾ ਹੈ ਔਰ ਸਾਰੇ ਉਹਦੇ ਲਈ ਬਰਾਬਰ ਦੇ ਸਤਿਕਾਰ ਰੱਖਦੇ ਨੇ, ਚਾਹੇ ਹਰਿਆਣੇ ਦੇ ਸਿੱਖ ਹੋਣ, ਚਾਹੇ ਦਿੱਲੀ ਦੇ ਸਿੱਖ ਹੋਣ, ਚਾਹੇ ਕਿਸੇ ਹੋਰ ਸਟੇਟ ਦੇ ਸਿੱਖ ਹੋਣ। ਤੇ ਤੁਸੀਂ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ
ਆ ਹੁਣ ਨਲਵੀ ਸਾਹਿਬ ਨਾਲ ਬੈਠੇ ਨੇ, ਇਹਨਾਂ ਦੇ ਦੂਸਰੇ ਸਾਥੀ ਝੀਂਡਾ ਸਾਹਿਬ, ਬਹੁਤ ਸਮਾਂ ਤਾਂ ਇਹ ਆਪਸ ਵਿੱਚ ਲੜਦੇ ਰਹੇ। ਪਹਿਲਾਂ ਇਕੱਠੇ ਸਨ ਦੋਨੋਂ, ਫਿਰ ਇਹ ਦੋਨੋਂ ਆਪਸ ਵਿੱਚ ਲੜ ਪਏ। ਇਹਨਾਂ ਦੇ ਦੋ ਗਰੁੱਪ ਬਣ ਗਏ, ਇੱਕ ਨਲਵੀ ਗਰੁੱਪ ਬਣ ਗਿਆ, ਇੱਕ ਝੀਂਡਾ ਗਰੁੱਪ ਬਣ ਗਿਆ। ਫਿਰ ਇਹਨਾਂ ਦੀ ਲੜਾਈ ਦੇ ਵਿੱਚੋਂ ਆ ਗਏ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ, ਉਹ ਵੀ ਆਪਣੇ ਨਾਲ ਬੈਠੇ ਆ, ਸਾਡੇ ਸਤਿਕਾਰਯੋਗ ਨੇ। ਫਿਰ ਕਮਾਂਡ ਉਹਨਾਂ ਦੇ ਹੱਥ ਵਿੱਚ ਆ ਗਈ ਤੇ ਫਿਰ ਇੱਕ ਐਸਾ ਸਮਾਂ ਆਇਆ ਕਿ ਨਲਵੀ ਸਾਹਿਬ, ਝੀਂਡਾ ਸਾਹਿਬ, ਦਾਦੂਵਾਲ ਸਾਹਿਬ, ਇਹਨਾਂ ਨੂੰ ਸਾਰੇ ਪਾਸੇ ਕਰਕੇ ਤੇ ਇੱਕ ਤੀਜੀ ਧਿਰ ਜਿਹੜੀ ਹੈ ਮਹੰਤ ਕਰਮਜੀਤ ਸਿੰਘ, ਉਹਨੂੰ ਲੈ ਆਂਦਾ। ਹੁਣ ਇਹਦੇ ਵਿੱਚ ਇਹ ਕਿਉਂ ਆ ਰਹੇ ਨੇ? ਦੇਖੋ, ਮੈਂ ਇਹ ਗੱਲ ਮੰਨਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਸ ਵੇਲੇ ਦੀ ਲੀਡਰਸ਼ਿਪ, ਜਿਹਦਾ ਫਰਜ਼ ਬਣਦਾ ਸੀ ਕਿ ਉਹ ਸਾਰਿਆਂ ਨੂੰ ਕਲਾਵੇ ਵਿੱਚ ਲੈਂਦੇ, ਬੈਠ ਕੇ ਆਪਣੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਮਸਲੇ ਸਨ, ਚਾਹੇ ਹਰਿਆਣੇ ਦੇ ਨਾਲ ਸੰਬੰਧਿਤ ਜਿਹੜੀ ਸਿੱਖ ਕੌਮ ਦੇ ਸਾਡੇ ਨੁਮਾਇੰਦੇ ਸਨ, ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ, ਉਹਨਾਂ ਦੀ ਗੱਲ ਸੁਣੀ ਜਾਂਦੀ। ਉਹ ਨਹੀਂ ਹੋਇਆ ਤਾਂ ਉਸ ਦਾ ਫਾਇਦਾ ਉਸ ਵੇਲੇ ਕਾਂਗਰਸ ਨੇ ਉਠਾਇਆ, ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਨੇ। ਉਹਨਾਂ ਨੇ ਸ਼ੁਰੂਆਤ ਕਰ ਦਿੱਤੀ, ਇਹਨਾਂ ਨੂੰ ਸਹਿਯੋਗ ਦਿੱਤਾ ਤੇ ਇੱਕ ਉਸ ਵੇਲੇ ਦੀ ਅਡਹਾਕ ਕਮੇਟੀ ਬਣ ਗਈ। ਫਿਰ ਇੱਕ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਿਆ, ਉੱਥੋਂ ਇਹਨਾਂ ਨੂੰ ਮਾਨਤਾ ਮਿਲ ਗਈ। ਫਿਰ ਇਹਨਾਂ ਨੇ ਜਦੋਂ ਪ੍ਰਬੰਧ ਲੈਣਾ ਸੀ, ਇਹ ਸਾਰੀਆਂ ਧਿਰਾਂ ਇਕੱਠੀਆਂ ਸਨ ਉਦੋਂ ਤੱਕ, ਇਹਨਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ ਕਿਸੇ ਵੀ ਪੱਧਰ ਦੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਜਿਵੇਂ ਜਿਵੇਂ ਇਹਨਾਂ ਨੇ ਪ੍ਰਬੰਧ ਲੈਣਾ ਸੀ ਲੈ ਲਿਆ। ਇੱਕ ਦੋ ਥਾਵਾਂ ਦੇ ਉੱਤੇ ਝਗੜਾ ਹੋਇਆ, ਉਹ ਵੀ ਇਹਨਾਂ ਦਾ ਆਪਸੀ ਤਕਰਾਰਬਾਜ਼ੀ ਦੇ ਵਿੱਚ ਹੋਇਆ। ਹੁਣ ਗੱਲ ਲੱਗੀ ਏ ਕਿ ਅੱਜ ਜਿਸ ਸਥਿਤੀ ਦੇ ਉੱਤੇ ਗੱਲ ਖੜੀ ਏ, ਤੁਸੀਂ ਇਹ ਦੇਖੋ ਕਿ ਹੁਣ ਵੋਟਾਂ ਬਣ ਰਹੀਆਂ ਨੇ ਹਰਿਆਣੇ ਦੇ ਵਿੱਚ, ਵੋਟਾਂ ਦੀ ਬਕਾਇਦਾ ਵਾਰਡਬੰਦੀ ਵੀ ਉਹਨਾਂ ਨੇ ਕਰ ਦਿੱਤੀ ਹੈ, ਲਿਸਟਾਂ ਜਾਰੀ ਹੋ ਗਈਆਂ ਨੇ। ਤੇ ਸਿਆਣਪ ਇਸ ਗੱਲ ਦੇ ਵਿੱਚ ਕਿ ਆਪਣੇ ਜਿਹੜੇ ਵੋਟਰ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ, ਔਰ ਨਿਮਰਤਾ, ਸਹਿਜ ਤੇ ਇੱਕ ਚੰਗੀ ਭਾਵਨਾ ਦੇ ਨਾਲ, ਇੱਕ ਦੂਸ਼ਣਬਾਜ਼ੀ ਤੋਂ ਰਹਿਤ ਹੋ ਕੇ ਇੱਕ ਇਸ ਤਰ੍ਹਾਂ ਦਾ ਜਿਹੜਾ ਚੋਣ ਪ੍ਰਬੰਧ ਸਾਨੂੰ ਮਿਲਿਆ ਹੋਇਆ। ਤੁਸੀਂ ਦੇਖੋ ਗੌਰਮੈਂਟ ਕੀ ਕਰੇਗੀ। ਗੌਰਮੈਂਟ ਜਦੋਂ ਅਸੀਂ ਵਾਰ-ਵਾਰ ਲੜਾਂਗੇ ਔਰ ਇੱਕ ਸ਼ਬਦ ਆਉਂਦਾ ਗੁਰੂ ਦੀ ਗੋਲਕ ਦੇ ਉੱਤੇ ਲੜਾਈਆਂ ਤੇ ਦਸਤਾਰਾਂ ਲਾਉਣੀਆਂ। ਮੈਂ ਇਹ ਗੱਲ ਕਹਿਣਾ ਕਿ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਹੋਵੇ, ਚਾਹੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਹੋਵੇ, ਚਾਹੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਚ ਹੋਵੇ, ਉੱਥੇ ਵੀ ਬਹੁਤ ਕੁਝ ਹੋਇਆ। ਸਰਨਾ ਸਾਹਿਬ ਤੇ ਜੀਕੇ ਸਾਹਿਬ ਦੀਆਂ ਲੜਾਈਆਂ ਅੱਜ ਭਾਵੇਂ ਉਹ ਇਕੱਠੇ ਨੇ। ਇੱਕ ਸਮਾਂ ਇਹੋ ਜਿਹਾ ਆਇਆ ਕਿ ਸਿਰਸਾ ਸਾਹਿਬ ਤੇ ਜੀਕੇ ਸਾਹਿਬ ਇਕੱਠੇ ਸਨ ਤੇ ਉਹਨਾਂ ਦੀਆਂ ਲੜਾਈਆਂ ਸਰਨਾ ਸਾਹਿਬ ਨਾਲ ਹੁੰਦੀਆਂ ਸੀ। ਪਰ ਇਹ ਜਿਹੜੀ ਚੀਜ਼ ਹੈ, ਜਦੋਂ ਵਿਸ਼ਵ ਦੇਖਦਾ ਹੈ ਨਾ, ਉੱਥੇ ਨਾ ਕਰਨੈਲ ਸਿੰਘ ਪੀਰ ਮੁਹੰਮਦ ਦੇਖਿਆ ਜਾਂਦਾ, ਨਾ ਉੱਥੇ ਸਾਡੇ ਸਤਿਕਾਰਯੋਗ ਦਾਦੂਵਾਲ ਦੇਖੇ ਜਾਂਦੇ ਆ, ਨਾ ਉੱਥੇ ਨਲਵੀ ਸਾਹਿਬ ਦੇਖੇ ਜਾਂਦੇ ਆ। ਉੱਥੇ ਕੇਵਲ ਤੇ ਕੇਵਲ ਸਿੱਖ ਨੂੰ ਦੇਖਿਆ ਜਾਂਦਾ। ਹਾਂਜੀ ਹਾਂਜੀ ਪੀਰ ਮੁਹੰਮਦ ਜੀ, ਮੈਂ ਬਾਕੀ ਮਹਿਮਾਨ ਤੋਂ ਸਵਾਲ ਤਾਂ ਲੈਣਾ ਹੀ ਆ, ਪਰ ਇੱਕ ਸਵਾਲ ਤੁਹਾਡੇ ਕੋਲੋਂ ਵੀ। ਹਰਿਆਣਾ ਦੀ ਜਿਹੜੀ ਲੀਡਰਸ਼ਿਪ ਹੈ, ਉਹਨਾਂ ਵੱਲੋਂ ਇਹ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆ ਗਈ ਹੈ, ਤੇ ਫਿਰ ਹੁਣ ਉਹਦੇ ਬਾਰੇ ਸਵਾਲ ਤਾਂ ਕਰਨਾ ਬਣਦਾ ਹੀ ਨਹੀਂ ਕਿ ਜੀ ਮਤਲਬ ਕਿ ਇਹ ਗਲਤੀ ਨਾਲ ਬਣ ਗਈ ਜਾਂ ਵੱਖਰੇ ਤੌਰ ਤੇ ਧੱਕਿਆ ਗਿਆ ਜਾਂ ਕਿਹਦੀ ਜ਼ਿੰਮੇਵਾਰੀ ਹੈ। ਉਹ ਕਹਿੰਦੇ ਸਾਡੀ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਦੀ ਮਾਨਤਾ ਦਿੱਤੀ ਜਾਵੇ, ਉਹਨੂੰ ਪ੍ਰਵਾਨ ਕੀਤਾ ਜਾਵੇ, ਕਿਉਂਕਿ ਹੁਣ ਤਾਂ ਉਹ ਐਕਟ ਮੁਤਾਬਕ, ਸੰਵਿਧਾਨ ਮੁਤਾਬਕ ਬਣੀ ਵੀ ਹੈ। ਹੁਣ ਉਹਦੇ ਬਾਰੇ ਸਵਾਲ ਕਿਉਂ ਉੱਠਦੇ ਆ? ਕਹਿੰਦੇ ਤਾਂ ਹੁਣ ਬਣੀ ਵੀ ਜਿਹੜੀ ਇੱਕ ਚੀਜ਼ ਸਟੈਬਲਿਸ਼ ਹੋ ਗਈ ਹੈ, ਉਹਦੇ ਤੇ ਕਿੰਤੂ ਪਰੰਤੂ ਕਰਨ ਦਾ ਬਣਦਾ ਹੀ ਨਹੀਂ ਕੋਈ ਸਵਾਲ। ਸਿੱਧੂ ਸਾਹਿਬ, ਜਿਹੜਾ ਮੈਨੂੰ ਤੁਸੀਂ ਪਹਿਲਾ ਸਵਾਲ ਕੀਤਾ ਸੀ, ਉਹਦਾ ਤੁਹਾਨੂੰ ਜਵਾਬ ਤੁਸੀਂ ਸੁਣਾਈ ਦਿੱਤਾ, ਤੁਹਾਨੂੰ ਤੁਸੀਂ ਸੁਣ ਲਿਆ? ਸੁਣਿਆ ਜੀ, ਸੁਣਿਆ। ਹਾਂਜੀ, ਸੁਣਿਆ ਨਾ। ਇਹ ਦੂਸਰਾ ਸਵਾਲ ਜਿਹੜਾ ਤੁਸੀਂ ਕੀਤਾ ਹੈ, ਇਹਦੇ ਵਿੱਚ ਕੋਈ ਦੋ ਰਹਿਆ ਨਹੀਂ। ਇੱਕ ਰਾਜਨੀਤਿਕ ਗੱਲਾਂ ਹੁੰਦੀਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਹੁਣ ਇਹ ਦੋ ਅਲੱਗ-ਅਲੱਗ ਸੰਸਥਾਵਾਂ ਬਣ ਚੁੱਕੀਆਂ ਨੇ ਤੇ ਇਹਨਾਂ ਨੂੰ ਮੈਂ ਕਹਾਂ ਕਿ ਮੈਂ ਨਹੀਂ ਮਾਨਤਾ ਦਿੰਦਾ, ਕੋਈ ਹੋਰ ਨਹੀਂ ਕਹਿੰਦਾ। ਇਹ ਗੱਲਾਂ ਦਾ ਕੋਈ ਮਤਲਬ ਨਹੀਂ ਹੈਗਾ। ਇਹ ਰਾਜਨੀਤਿਕ ਬਿਆਨਬਾਜ਼ੀ ਹੈ। ਮੈਂ ਕਹਿੰਦਾ ਕਿ ਇਹ ਦੂਸ਼ਣਬਾਜ਼ੀ ਬੰਦ ਹੋਣੀ ਚਾਹੀਦੀ ਹੈ। ਹੁਣ ਜੇ ਬਣ ਗਈ ਹੈ, ਹਰਿਆਣਾ ਗੁਰਦੁਆਰਾ ਕਮੇਟੀ ਬਣ ਗਈ ਹੈ, ਤੇ ਹਰਿਆਣੇ ਦੇ ਸਿੱਖਾਂ ਨੂੰ, ਭਾਵੇਂ ਕਿ ਸਿੱਖ ਕਦੀ ਹਰਿਆਣਾ, ਪੰਜਾਬ, ਦਿੱਲੀ, ਮਹਾਰਾਸ਼ਟਰ, ਇੱਕ ਸਿਰਫ ਆਪਾਂ ਉਸ ਇਲਾਕੇ ਦੀ ਗੱਲ ਕਰ ਰਹੇ ਹਾਂ, ਤਾਂ ਇਹ ਗੱਲ ਕਹਿੰਦੇ ਕਿ ਹਰਿਆਣੇ ਦਾ ਸਿੱਖ ਆ, ਪੰਜਾਬ ਦਾ ਸਿੱਖ ਹੈ, ਤਾਂ ਸਿੱਖ ਹੀ ਹੈ। ਜਿਹੜਾ ਅਕਾਲੀ ਦਲ ਦੇ ਪ੍ਰਧਾਨ ਹੈ ਸੁਖਬੀਰ ਬਾਦਲ, ਪਿਛਲੇ ਦਿਨਾਂ 'ਚ ਉਹਨੇ ਇਹ ਬਿਆਨ ਵੀ ਦਿੱਤਾ ਹੈ ਕਿ ਅਸੀਂ ਹਰਿਆਣਾ ਦੇ ਅੰਦਰ ਜਿਹੜੀਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਹਦੇ 'ਚ ਵੀ ਹਿੱਸਾ ਲਵਾਂਗੇ। ਸੋ ਉਹਦੇ ਤੋਂ ਵੀ ਇਸ ਗੱਲ ਦਾ ਸੰਕੇਤ ਹੈ
ਕਿ ਅਕਾਲੀ ਦਲ ਦੀ ਬਿਲਕੁਲ leadership ਦੀ ਗੱਲ ਦੇਖੋ ਮੰਨ ਜੀ, ਚੁੱਕੀ ਹੈ? ਦੇਖੋ ਹਰਿਆਣੇ ਦੇ ਵਿੱਚ ਜਿਹੜੀ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਨੁਮਾਇੰਦੇ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਨੇ। ਸੀਨੀਅਰ ਵਾਈਸ ਪ੍ਰੈਜ਼ੀਡੈਂਟ ਉਹ ਹਰਿਆਣੇ ਤੋਂ ਬਣੇ ਹੋਏ ਨੇ, ਐਗਜ਼ੈਕਟਿਵ ਮੈਂਬਰ ਹਰਿਆਣੇ ਤੋਂ ਬਣੇ ਹੋਏ ਨੇ। ਸੋ ਇਹ ਜਿਹੜੀ ਗੱਲ ਕਹਿਣੀ ਕਿ ਹਰਿਆਣੇ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ, ਦੇਖੋ ਚੋਣ ਤੱਕ ਲੜ ਸਕਦੇ ਆ, ਚੋਣ ਤੋਂ ਲੜਨ ਦਾ ਕੋਈ ਪ੍ਰੋਬਲਮ ਨਹੀਂ ਹੈਗੀ। ਔਰ ਪ੍ਰਧਾਨ ਸਾਹਿਬ ਨੇ ਜਿਹੜਾ ਐਲਾਨ ਕੀਤਾ ਹੈ ਕਿ ਅਸੀਂ ਪੁਰਅਮਨ ਢੰਗ ਦੇ ਨਾਲ, ਸੁਚੱਜੇ ਢੰਗ ਦੇ ਨਾਲ ਅਸੀਂ ਇਸ ਚੋਣ ਦੇ ਵਿੱਚ ਪ੍ਰਕਿਰਿਆ ਦੇ ਵਿੱਚ ਹਿੱਸਾ ਲਵਾਂਗੇ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਇਲੈਕਸ਼ਨ ਹੋਵੇ ਨਾ ਸਿਲੈਕਸ਼ਨ ਕਰ ਲੈਣ ਤੇ ਮੌਕਾ ਹੀ ਨਾ ਦੇਣ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਕਿਸੇ ਹੋਰ ਨੂੰ ਕਿ ਵੀ ਉਹ ਇਸ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰੇਗਾ। ਥੈਂਕ ਯੂ ਵੀਰ ਮੁਹੰਮਦ ਜੀ, ਤੁਹਾਡਾ ਕਾਫੀ ਵਿਊ ਪੁਆਇੰਟ ਆ ਗਿਆ ਇਸ ਮਾਮਲੇ ਤੇ। ਨਲਵੀ ਸਾਹਿਬ, ਜਿਸ ਮਾਮਲੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਦੇਖੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਸ ਤੱਕ ਇਸ਼ੂ ਦਾ ਸਵਾਲ ਹੈ, ਅਕਾਲੀ ਦਲ ਦੀ ਲੀਡਰਸ਼ਿਪ ਸਪੋਕਸਪਰਸਨ ਜਿਹੜਾ ਹੈਗਾ ਵੀਰ ਮੁਹੰਮਦ ਜੀ ਇਹ ਗੱਲ ਕਹਿੰਦੇ ਆ ਕਿ ਜਦੋਂ ਹੁਣ ਕਮੇਟੀ ਬਣ ਗਈ ਹੈ, ਕੋਈ ਦੋ ਰਾਏ ਨਹੀਂ, ਕੱਲ੍ਹ ਨੂੰ ਇਲੈਕਸ਼ਨ ਹੋਣਗੀਆਂ ਤਾਂ ਪੁਰਅਮਨ ਢੰਗ ਨਾਲ ਅਸੀਂ ਵੀ ਪਾਰਟੀਸਪੇਟ ਕਰ ਸਕਦੇ ਹਾਂ। ਫਿਰ ਇਹਦਾ ਕੋਈ ਸਵਾਲ ਹੀ ਨਹੀਂ ਹੈ ਕਿ ਪੰਜਾਬ ਵਾਲੇ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਦਖਲ ਦੇ ਰਹੀ ਹੈ। ਉਹ ਕਹਿੰਦੇ ਬੀਂਗੇ ਜਿਹੜਾ ਹੈਗਾ ਸਿੱਖ ਸਾਡਾ ਵੀ ਜਿਹੜੇ ਹਰਿਆਣੇ ਦੇ ਸਿੱਖ ਆ ਉੱਥੇ ਪਾਰਟੀਸਪੇਟ ਸੰਵਿਧਾਨ ਮੁਤਾਬਕ ਕਰ ਸਕਦੇ। ਇਹ ਗੱਲ ਦੂਜੀ ਗੱਲ ਨਲਵੀ ਸਾਹਿਬ, ਇਹ ਵੀ ਵੱਡਾ ਸਵਾਲ ਹੈਗਾ ਕਿ ਜੋ ਖਾਲਸਾ ਦੇ ਜਥੇਦਾਰ ਤੱਕ ਪਹੁੰਚ ਕੀਤੀ ਗਈ ਹੈ, ਹੁਣ ਖਾਲਸਾ ਦੇ ਜਥੇਦਾਰ ਦਾ ਜੋ ਵੀ ਫੈਸਲਾ ਆਏਗਾ ਉਹ ਵੀ ਤਾਂ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇ ਕੇ ਉਸ ਲਿਹਾਜ਼ ਨਾਲ ਹੀ ਆਏਗਾ ਨਾ। ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਹੈ। ਬਿਲਕੁਲ ਦਰੁਸਤ ਹੈ। ਮਾਨਤਾ ਜਿਵੇਂ ਪੀਰ ਮੁਹੰਮਦ ਸਾਹਿਬ ਨੇ ਕਿਹਾ ਹੈ, ਸ੍ਰੀ ਅਕਾਲ ਤਖਤ ਸਾਹਿਬ ਵੀ ਦੇ ਚੁੱਕੇ ਨੇ ਪ੍ਰੈਕਟੀਕਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਦੇ ਚੁੱਕੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਦੇ ਚੁੱਕਿਆ ਹੈ। ਬਿਲਕੁਲ ਇਹਨਾਂ ਦੀ ਗੱਲ ਨਾਲ ਮੈਂ 100% ਸਹਿਮਤ ਹਾਂ ਕਿ ਇਹਨਾਂ ਦਾ ਪੰਜਾਬ ਵਾਲਿਆਂ ਦਾ ਉੱਥੇ ਇਲੈਕਸ਼ਨ ਲੜਨ ਦਾ ਹੱਕ ਹੈ। ਇਹ ਆਪਣਾ ਹੱਕ ਪਹਿਲੋਂ ਰਾਜਨੀਤਿਕ ਚੋਣਾਂ ਵਿੱਚ ਵੀ ਕਈ ਵਾਰੀ ਇਹ ਨਿਭਾ ਚੁੱਕੇ ਨੇ, ਸਾਨੂੰ ਕੋਈ ਇਤਰਾਜ਼ ਨਹੀਂ ਜੀ। ਪਰ ਕਿਰਪਾ ਪੂਰਵਕ ਪੰਜਾਬ ਦੇ ਪੰਥਕ ਲੀਡਰ ਇਹ ਗੱਲ ਦਾ ਖਿਆਲ ਰੱਖਣ ਕਿ ਜੇ ਉਹ ਸਾਡੇ ਇਲੈਕਸ਼ਨਾਂ ਦੇ ਵਿੱਚ ਹਰ ਵਾਰ ਭਾਜੀ ਚਾੜਦੇ ਰਹਿਣਗੇ ਤਾਂ ਇਹ ਭਾਜੀ ਅਸੀਂ ਜ਼ਰੂਰ ਮੋੜਾਂਗੇ। ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਵਿੱਚ ਵੀ ਭਾਗੀਦਾਰੀ ਕਰਾਂਗੇ ਤੇ ਜਿਹੜੇ ਰਾਜਨੀਤਿਕ ਇਲੈਕਸ਼ਨ ਨੇ, ਅਸੈਂਬਲੀ ਦੇ ਨੇ, ਪਾਰਲੀਮੈਂਟ ਦੇ ਨੇ, ਉਹਦੇ ਵਿੱਚ ਵੀ ਕਰਾਂਗੇ। ਇਸ ਵਾਸਤੇ ਬੈਟਰ ਗੱਲ ਇਹ ਹੈ ਕਿ ਆਪਾਂ ਆਪਸ 'ਚ ਬੈਠ ਕੇ ਇਹ ਫੈਸਲਾ ਕਰ ਲਈਏ ਕਿ ਅਸੀਂ ਇੱਕ ਦੂਜੇ ਨੂੰ ਮਜ਼ਬੂਤ ਕਰੀਏ। ਜੇ ਤੁਹਾਡੇ ਇਨਫਲੂਐਂਸ ਵਾਲੇ ਸਾਡੇ ਹਰਿਆਣੇ 'ਚ ਵੋਟਰ ਨੇ ਤਾਂ ਸਾਡੇ ਇਨਫਲੂਐਂਸ ਵਾਲੇ ਤੇ ਸਾਡੀਆਂ ਰਿਸ਼ਤੇਦਾਰੀਆਂ ਤੇ ਸਾਡੇ ਜਾਣਕਾਰ ਬੰਦੇ ਵੀ ਪੰਜਾਬ 'ਚ ਬੈਠੇ ਨੇ ਤੇ ਅਸੀਂ ਆਪਸ ਦੇ ਵਿੱਚ ਲੜ ਕੇ ਤੇ ਆਪਣਾ ਰਾਜ ਪੰਜਾਬ ਵਿੱਚੋਂ ਵੀ ਖਤਮ ਕਰੀਏ ਤੇ ਹਰਿਆਣੇ ਵਿੱਚੋਂ ਵੀ ਖਤਮ ਕਰੀਏ। ਪੰਜਾਬ ਨੂੰ ਮਹਿਸੂਸ ਹੋਵੇ ਜਾਂ ਨਾ ਹੋਵੇ, ਸਾਨੂੰ ਮਹਿਸੂਸ ਹੁੰਦਾ ਹੈ ਕਿ ਜਦੋਂ ਪੰਜਾਬ ਦੇ ਵਿੱਚੋਂ ਪੰਥਕ ਰਾਜ ਦੀਆਂ ਉੱਥੋਂ ਜੜ੍ਹਾਂ ਹਿਲਦੀਆਂ ਨੇ ਤਾਂ ਉਹਦੀ ਜਿਹੜੀ ਧਮਕ ਹੈ, ਉਹਦੀ ਜਿਹੜੀ ਸੱਟ ਹੈ, ਉਹ ਸਾਡੇ ਇੱਥੇ ਕਲੇਜੇ 'ਚ ਵੱਜਦੀ ਹੈ। ਤਾਂ ਇਹ ਕਿਰਪਾ ਪੂਰਵਕ ਇਹ ਵੀ ਕੁਛ ਇਸ ਤਰ੍ਹਾਂ ਦੀ ਆਤਮਾ ਆਪਣੇ ਅੰਦਰ ਰੱਖਣ ਤੇ ਸਾਡੇ ਮਾਮਲੇ 'ਚ ਦਖਲਅੰਦਾਜ਼ੀ ਨਾ ਦੇਣ। ਮੈਂ ਬੇਨਤੀ ਇਹ ਕਰਾਂਗਾ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾਓ। ਰਾਜਸਥਾਨ ਰੋਜ਼ ਬੇਨਤੀਆਂ ਕਰਦੇ ਪਏ ਨੇ, ਉਹਨਾਂ ਨੂੰ ਰਾਜਸਥਾਨ ਵਾਲਿਆਂ ਨੂੰ ਉੱਥੇ ਬਲੀ ਦਾ ਬੱਕਰਾ ਬਣਾ ਰਹੀਆਂ ਨੇ ਵੱਖੋ ਵੱਖਰੀਆਂ ਸਰਕਾਰਾਂ, ਉਹ ਘੱਟ ਗਿਣਤੀ ਵਿੱਚ ਨੇ, ਉਹਨਾਂ ਨੂੰ ਮਾਨਤਾ ਦਿਓ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ। ਇਹ ਮੈਂ ਪਰਸਨਲ ਗੱਲ ਨਹੀਂ ਕਹਿ ਰਿਹਾ, ਇਹ ਮੈਂ ਪੰਥਕ ਗੱਲ ਕਹਿ ਰਿਹਾ। ਜਦੋਂ ਆਪਾਂ ਆਲ ਇੰਡੀਆ ਗੁਰਦੁਆਰਾ ਐਕਟ ਬਣਾਵਾਂਗੇ ਤਾਂ ਸਾਰੇ ਜਿਹੜਾ ਸਿੱਖ ਇੱਕ ਲੜ ਜੇ ਪਰੋਇਆ ਜਾਵੇਗਾ ਤਾਂ ਉਹਦੀ ਆਵਾਜ਼ ਦਾ ਮਤਲਬ ਕੁਛ ਹੋਰ ਹੋਵੇਗਾ। ਆਪਾਂ ਆਪਸ 'ਚ ਲੜ ਕੇ ਤੇ ਆਪਣਾ ਸਿਸਟਮ ਨਾ ਖਰਾਬ ਕਰੀਏ। ਇਹ ਜਿਹੜੀਆਂ ਗੱਦੀਆਂ ਗੁੱਦੀਆਂ ਜਾਂ ਦੂਜੀ ਤੀਜੀ ਗੱਲਾਂ ਬਾਤਾਂ ਨੇ ਜਾਂ ਦੋ ਬੰਦੇ ਲਵਾਣੇ ਨਾ ਲਵਾਣੇ, ਇਹ ਗੱਲਾਂ ਇਮਟੀਰੀਅਲ ਨੇ। ਬਾਕੀ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਇਸ ਵਕਤ ਜੋ ਕੁਛ ਵੀ ਮੰਦਭਾਵਨੀਆਂ ਗੱਲਾਂ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਹੋ ਰਹੀਆਂ ਨੇ, ਇਹਨਾਂ ਨੂੰ ਇਹ ਮੰਨ ਕੇ ਚੱਲੋ ਕਿ ਇਹ ਇਨੀਸ਼ੀਅਲ ਟੀਥਿੰਗ ਟਰਬਲਸ ਨੇ। ਇਲੈਕਸ਼ਨ ਹੋ ਜਾਣੇ ਨੇ, ਸੰਗਤ ਦੀ ਕਮੇਟੀ ਆ ਜਾਏਗੀ, ਸੰਗਤ ਦੀ ਇੱਛਾ ਦੇ ਮੁਤਾਬਕ ਉਹ ਆਨਸਰੇਬਲ ਹੋਣਗੇ ਸੰਗਤ ਨੂੰ। ਹੁਣ ਮੈਂ ਗੱਲ ਕਰਾਂਗਾ ਕਿ ਜਿਹੜੇ ਬੰਦਿਆਂ ਨੇ ਉੱਥੇ ਕਮੇਟੀ ਦੀ ਮੀਟਿੰਗਾਂ ਦੇ ਵਿੱਚ ਰੌਲਾ ਪਾਇਆ ਹੈ, ਉਹ ਤਾਂ ਖੁਦ ਹਰਿਆਣੇ ਦੀ ਸਰਕਾਰ ਦੇ ਨੰਬਰ 1 ਚਹੇਤੇ ਬੰਦੇ ਨੇ ਤੇ ਉਹ ਹਰਿਆਣੇ ਦੀ ਸਰਕਾਰ ਉਹਨਾਂ ਨੂੰ ਕਈ ਵਾਰੀ ਕਹਿ ਚੁੱਕੀ ਹੈ ਕਿ ਵੀ ਤੁਸੀਂ ਆਪਸ ਦੇ ਵਿੱਚ ਬਹਿ ਕੇ ਨਿਬੇੜੋ ਤੇ ਕੁਛ ਕਰੋ। ਉਹ ਕੰਮ ਨਹੀਂ ਹੋ ਰਿਹਾ। ਤਾਂ ਇਹ ਬੜੀ ਦੁਖਦਾਇਕ ਗੱਲ ਹੈ। ਮੈਂ ਚਾਹਾਂਗਾ ਕਿ ਹਰਿਆਣੇ ਦੀ ਸਿੱਖ ਵੀ ਜਿਹੜੀ ਹੈ ਉਹ ਵੀ ਸੋਚੇ ਕਿ ਉਹਨਾਂ ਨੂੰ ਜੇ ਹਰਿਆਣੇ ਦੇ ਸਿੱਖਾਂ ਦਾ ਵੋਟ ਚਾਹੀਦਾ
ਹੱਕਦਾਰ ਨੇ, ਕਨਸਟੀਟਿਊਸ਼ਨਲੀ ਹਰ ਇੱਕ ਦਾ ਹੱਕ ਹੈ ਜਿਹਨੂੰ ਮਰਜ਼ੀ ਜੀ। ਵੋਟ ਪਾਉਣ, ਤਾਂ ਉਹਨਾਂ ਨੂੰ ਵੀ ਹਰਿਆਣੇ ਦੇ ਸਿੱਖਾਂ ਪ੍ਰਤੀ ਇੱਕ ਆਊਟਲੁੱਕ ਆਪਣਾ ਚੇਂਜ ਕਰਨਾ ਪਏਗਾ। ਇਸੇ ਤਰ੍ਹਾਂ ਹੀ ਮੈਂ ਪੰਜਾਬ ਦੀ ਲੀਡਰਸ਼ਿਪ ਨੂੰ, ਦਿੱਲੀ ਦੀ ਲੀਡਰਸ਼ਿਪ ਨੂੰ ਇਹ ਗੱਲ ਕਹਾਂਗਾ ਕਿ ਜੇ ਆਪਾਂ ਇਸ ਤਰ੍ਹਾਂ ਹੀ ਲੜਨਾ ਹੈ ਤਾਂ ਆਪਾਂ ਨੂੰ ਗੰਭੀਰਤਾ ਨਾਲ, ਮੇਰੀ ਗੱਲ ਨੂੰ ਲਾਈਟਲੀ ਨਾ ਲਿਆ ਜੇ। ਇਹਦੇ ਨਤੀਜੇ ਅੱਗੇ ਪੰਜਾਬ ਰਾਜ ਗਿਆ ਵੱਡਾ ਮਹਾਰਾਜਾ ਰਣਜੀਤ ਸਿੰਘ ਵਾਲਾ, ਤਾਂ ਆਪਣੇ ਕੋਲ ਇਹ ਵੀ ਨਹੀਂ ਰਹਿਣਾ। ਇਹ ਮੇਰੀ ਗੱਲ, ਇਹ ਭਵਿੱਖ ਦੀ ਮੈਂ ਗੱਲ ਕਰ ਰਿਹਾ। ਮੇਰੀ ਗੱਲ ਨੂੰ ਯਾਦ ਰੱਖਿਓ ਔਰ ਮੈਂ ਬੇਨਤੀ ਕਰਾਂਗਾ ਕਿ ਗੱਲ ਬੜੀ ਮਸ਼ਹੂਰ ਹੈ ਕਿ ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਇਹ ਕੌਮ ਕਦੀ ਨਾ ਹਾਰੇ। ਅਸੀਂ ਲੜਨਾ ਜਾਣਦੇ ਹਾਂ, ਅਸੀਂ ਵੱਡਾ ਸੰਘਰਸ਼ ਕਰਕੇ, ਅਸੀਂ ਹਰਿਆਣੇ ਦੀ ਸਰਕਾਰ ਕਿਹੜੀ ਚਾਹੁੰਦੀ ਸੀਗੀ ਕਿ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਏ। ਕੱਲੀ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਸਾਡੇ ਵਿਰੋਧ ਵਿੱਚ ਨਹੀਂ ਸੀਗਾ। ਸਾਡੇ ਵਿਰੋਧ ਵਿੱਚ ਤਾਂ ਅਕਾਲੀ ਦਲ, ਆਪਣੀ ਦਿੱਲੀ ਦੀਆਂ ਹਰਿਆਣੇ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਸਨ। ਅਸੀਂ ਉਹਨਾਂ ਨੂੰ ਆਪਣੀ ਅਕਲ ਨਾਲ, ਆਪਣੀ ਸਿਆਣਪ ਨਾਲ, ਲੜਾਈਆਂ ਕਰਕੇ ਨਹੀਂ ਅਸੀਂ ਲਈ, ਨਾ ਲੜਾਈਆਂ ਕਰਕੇ ਅਸੀਂ ਜਿੱਤ ਸਕਦੇ ਸਾਂ। ਅਸੀਂ ਆਪਣੀ ਡਿਪਲੋਮੇਸੀ ਨਾਲ ਸਾਡਾ ਹੱਕ ਜਿਹੜਾ ਸੀਗਾ ਸਾਨੂੰ ਮਿਲਿਆ ਹੋਇਆ, ਉਹਨੂੰ ਇੱਕ ਢੰਗ ਦੇ ਨਾਲ ਅਸੀਂ ਡਾਕਟਰ ਮਨਮੋਹਨ ਸਿੰਘ ਨਾਲ, ਸੋਨੀਆ ਗਾਂਧੀ ਨਾਲ ਅਸੀਂ ਅਕਰਾਸ ਦੀ ਟੇਬਲ ਡਾਇਲਾਗ ਕਰਕੇ ਲਈਆਂ ਨੇ। ਔਰ ਮੈਂ ਇਹ ਗੱਲ ਕਹਾਂਗਾ ਕਿ ਪੰਥਕ ਯੂਨਿਟੀ ਵੀ ਅਕਰਾਸ ਦੀ ਟੇਬਲ ਬੈਠ ਕੇ ਕਰੀਏ। ਤੁਹਾਡੇ ਪਿਪਲੀ ਜਾਣ ਨਾਲ, ਉੱਥੇ ਜਲਸੇ ਜਲੂਸ ਕਰਨ ਨਾਲ ਕੋਈ ਸਮਝਦਾ ਹੋਵੇ ਕਿ ਅਸੀਂ ਗਲਤਫਹਿਮੀ 'ਚ ਬੈਠੇ ਹਾਂ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਉਹ ਮਚ। ਸਮਾਂ ਆਵੇਗਾ, ਇਲੈਕਸ਼ਨ ਹੋਣਗੇ, ਦੁੱਧ ਪਾਣੀ ਦਾ ਪਾਣੀ ਆਪੇ ਹੋ ਜਾਏਗਾ। ਬਿਲਕੁਲ ਠੀਕ ਹੈ। ਜਿਸ ਮਾਮਲੇ ਤੇ ਆਪਾਂ ਜ਼ਿਕਰ ਕਰ ਰਹੇ ਹਾਂ, ਦਾਦੂਵਾਲ ਸਾਹਿਬ, ਇਸ ਮਾਮਲੇ ਤੇ ਵੱਡਾ ਸਵਾਲ ਜੋ ਗੱਲ ਕੀਤੀ ਹੈ ਪੀਰ ਮੁਹੰਮਦ ਜੀ ਨੇ, ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਜੇ ਚੋਣਾਂ ਆਉਣਗੀਆਂ ਤਾਂ ਬੜੇ ਵਿਧੀਪੂਰਵਕ ਢੰਗ ਨਾਲ, ਸ਼ਾਂਤੀ ਨਾਲ ਜਿਹੜਾ ਹੈਗਾ, ਅਕਾਲੀ ਦਲ ਨੂੰ ਵੀ ਉੱਥੇ ਚੋਣਾਂ ਲੜਨ ਦਾ ਪੂਰਾ ਅਧਿਕਾਰ ਹੈ। ਪਰ ਦੂਜੇ ਪਾਸੇ ਇਹ ਵੀ ਹੈ ਕਿ ਇਹਨਾਂ ਮਸਲਿਆਂ ਦੇ ਨਾਲ ਜੇ ਆਪਸ ਵਿੱਚ ਲੜਾਈਆਂ ਹੋਣਗੀਆਂ ਤਾਂ ਫਿਰ ਜਿੱਦਾਂ ਨਲਵੀ ਸਾਹਿਬ ਕਹਿੰਦੇ ਆ, ਕੱਲ੍ਹ ਨੂੰ ਹਰਿਆਣਾ ਦੀ ਜਿੱਦਾਂ ਗੱਲ ਕਰਦੇ ਆ, ਪੰਜਾਬ 'ਚ ਜਾਂ SGP ਦੀਆਂ ਇਲੈਕਸ਼ਨਾਂ ਆਉਣਗੀਆਂ, ਕਹਿੰਦੇ ਫਿਰ ਭਾਜੀ ਜਾ ਕੇ ਉੱਥੇ ਵੀ ਮੁੜੀ ਜਾਏਗੀ। ਕਿ ਇਹੋ ਜਿਹੀ ਟਕਰਾਅ ਵਾਲੀ ਸਥਿਤੀ ਬਣਦੀ ਹੈ ਕਿ ਜਾਂ ਜਿਹੜਾ ਹੈਗਾ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਪਣਾ ਉੱਥੋਂ ਹੱਥ ਪਰੇ ਹੀ ਰੱਖਣਾ ਚਾਹੀਦਾ ਹੈ। ਸਿੱਧੂ ਸਾਹਿਬ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਦੇਖੋ, ਜਿਹੜੀਆਂ ਇਹ ਧਾਰਮਿਕ ਇਲੈਕਸ਼ਨਾਂ ਨੇ, ਜਦੋਂ ਸਭ ਇਲੈਕਸ਼ਨਾਂ ਦੇ ਰਾਹ ਪਾਇਆ ਤੇ ਹਰੇਕ ਨੂੰ ਹੱਕ ਹੈ। ਅਕਾਲੀ ਦਲ ਹਰਿਆਣੇ ਜਾ ਕੇ ਲੜ ਸਕਦਾ, ਹਰਿਆਣੇ ਵਾਲੇ ਪੰਜਾਬ 'ਚ ਲੜ ਸਕਦੇ ਆ, ਕੋਈ ਇਹਦੇ 'ਚ ਨਹੀਂ। ਪੰਜਾਬ ਵਾਲੇ ਦਿੱਲੀ ਜਾ ਕੇ ਵੀ ਲੜਦੇ ਆ ਜੀ, ਪੰਜਾਬ ਵਾਲੇ ਤਾਂ ਦਿੱਲੀ ਜਾ ਕੇ ਵੀ ਲੜਦੇ ਆ। ਸੋ ਇਸ ਕਾਰਨ ਕਰਕੇ ਇਹ ਕੋਈ ਦੋ ਰਾਵਾਂ ਨਹੀਂ ਆ, ਇਹਦੇ ਵਿੱਚ ਕੋਈ ਵੀ ਕਿਤੇ ਵੀ ਲੜ ਸਕਦਾ। ਹਾਂ, ਜੇ ਕੋਈ ਭਾਜੀ ਚਾੜਦਾ, ਭਾਜੀ ਮੁੱਦਾ ਜਾਂ ਭਾਜੀਆਂ ਵਾਲੇ ਚੱਕਰ 'ਚ ਪੈਣਾ ਤਾਂ। ਪਰ ਮੈਂ ਦੂਜੀ ਗੱਲ ਕਹਿਣੀ ਚਾਹੁੰਦਾ ਕਿ ਅੱਜ ਤੁਸੀਂ ਕਹੀ ਆ ਔਰ ਸਾਹਿਬ ਨੇ ਸਪਸ਼ਟ ਕਰ ਦਿੱਤੀ ਆ, ਮੈਂ ਇਸ ਦਾ ਸਵਾਗਤ ਕਰਦਾ ਕਿ ਸਰਦਾਰ ਧਾਮੀ ਸਾਹਿਬ, ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਜਨਰਲ ਸਕੱਤਰ ਜਿਹੜੇ ਗਏ, ਉਹ ਹਮੇਸ਼ਾ ਕਹਿੰਦੇ ਅਸੀਂ ਸ਼੍ਰੋਮਣੀ ਹਰਿਆਣਾ ਕਮੇਟੀ ਮਾਨਤਾ ਹਮੇਸ਼ਾ ਕਹਿੰਦੇ ਰਹੇ ਆ। ਪਰ ਜਦੋਂ ਸੁਖਬੀਰ ਸਿੰਘ ਬਾਦਲ ਨੇ ਆ ਕੇ ਐਲਾਨ ਕੀਤਾ ਹੈ ਜੇ ਚੋਣਾਂ ਲੜਾਂਗੇ ਤਾਂ ਮਾਨਤਾ ਹੋਊਗੀ, ਤੇ ਅੱਜ ਔਨ ਰਿਕਾਰਡ ਪੀਰ ਮੁਹੰਮਦ ਸਾਹਿਬ ਨੇ ਕਹਿਤਾ। ਦੂਸਰਾ, ਜਥੇਦਾਰ ਸਾਹਿਬ ਨੇ ਜਿਹੜੀ ਮਾਨਤਾ ਦੇ ਦਿੱਤੀ ਹੈ ਕਿ ਜਥੇਦਾਰ ਸਾਹਿਬ ਨੇ ਹਰਿਆਣਾ ਕਮੇਟੀ ਦੇ ਮਸਲੇ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ, ਉਹਦੇ 'ਚ ਹਰਿਆਣਾ ਕਮੇਟੀ 'ਚੋਂ ਉਹਨੂੰ ਮਾਨਤਾ। ਹੁਣ ਮਾਨਤਾ ਵਾਲੀ ਗੱਲ ਤਾਂ ਜਿਹੜੀ ਆ ਉਹ ਤਾਂ ਓਕੇ 101% ਹੈ, ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਜੀ। ਪਰ ਸਾਨੂੰ ਜਿਹੜਾ ਹੈਗਾ ਦੁੱਖ ਇਸ ਗੱਲ ਦਾ ਵਾ ਕਿ ਦੇਖੋ, ਅਸੀਂ ਪਹਿਲੀ ਗੱਲ ਤਾਂ ਇਲੈਕਸ਼ਨ ਹੋਣੀ ਨਹੀਂ ਚਾਹੀਦੀ, ਸਿਲੈਕਸ਼ਨ ਹੋਣੀ ਚਾਹੀਦੀ। ਪਰ ਜੇ ਸਿਲੈਕਸ਼ਨ ਤੋਂ ਛੱਡ ਕੇ ਇਲੈਕਸ਼ਨਾਂ ਦੇ ਰਾਹ ਪਏ ਆ ਤਾਂ ਜਿਹੜੇ ਅੱਛੇ ਆਦਮੀ ਉਹਨਾਂ ਨੂੰ ਆਉਣਾ ਚਾਹੀਦਾ। ਜਿਹੜੇ ਚੰਗੇ ਬੰਦੇ ਉਹ ਤਲਖੀ 'ਚ ਵੀ ਆਉਂਦੇ ਆ, ਜਦੋਂ ਸੱਚਾਈ ਪਿੱਛੇ ਲੜਨਾ ਹੁੰਦਾ ਸੱਚਾਈ ਪਿੱਛੇ ਲੜਦੇ ਵੀ ਆ, ਉਦੋਂ ਝਗੜਾ ਵੀ ਹੁੰਦਾ। ਪਰ ਫੇਲੀਅਰ ਮਹੰਤ ਦਾ ਇਹ ਹੋਇਆ ਕਿ ਉਹਨੇ ਜਿਹੜੀ ਅੰਦਰ ਦੀ ਗੱਲਬਾਤ ਸੀਗੀ, ਹੁਣ ਦੇਖੋ ਇਹ ਇਕੱਲੀ ਇਹ ਤਾਂ ਨਹੀਂ ਹੈ ਕਿ ਹਰਿਆਣਾ ਕਮੇਟੀ ਦੀ ਐਗਜ਼ੈਕਟਿਵ 'ਚ ਤਲਖੀ ਹੋਈ ਹੈ, ਸ਼੍ਰੋਮਣੀ ਕਮੇਟੀ 20 ਵਾਰੀ ਪੱਗਾਂ ਲਾਈਆਂ, ਤੇਜਾ ਸਿੰਘ ਸਮੁੰਦਰੀ ਹਾਲ 'ਚ ਮਾਵਾਂ ਭੈਣਾਂ ਦੀਆਂ ਗਾਲਾਂ, ਮੈਗ ਥੋੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਾਲ। ਸਾਡੇ ਤਾਂ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ, ਕੇਵਲ ਮੀਟਿੰਗ ਹਾਲ ਸੀਗਾ। ਪਰ ਇਹਦਾ ਮਹੰਤ ਦਾ ਫੇਲੀਅਰ ਆ ਨਾ, ਮਹੰਤ ਆਪਣੇ ਆਪ ਨੂੰ ਸਟੈਬਲਿਸ਼ ਕਰਨ ਵਾਸਤੇ ਉਹਨੇ ਕਿ ਦੂਜੇ ਦੇਖੋ ਜੀ ਇਹ ਝਗੜਾ ਕਰ ਰਹੇ ਆ ਤੇ ਉਹਨੂੰ ਕਲਿੱਪ ਕੱਟ ਕੇ ਜਿਹੜੀ ਆਫੀਸ਼ੀਅਲੀ ਅੱਗੇ ਕਾਰਵਾਈ ਹੋ ਸਕੇ। ਕਿ ਕਿਉਂਕਿ ਜਿੱਦਾਂ ਹੁਣ ਇਸ ਵੇਲੇ ਪ੍ਰਸਥਿਤੀਆਂ ਹੈਗੀਆਂ ਉਹਦੇ ਮੁਤਾਬਕ, ਮੇਰੀ ਜਾਣਕਾਰੀ ਮੁਤਾਬਕ ਇਹ ਹੈ ਕਿ ਅਜੇ ਤੱਕ ਕੋਈ ਇੱਦਾਂ ਦੇ ਕਾਇਦਾ ਕਾਨੂੰਨ ਨਹੀਂ ਬਣਿਆ ਕਿ SGPC ਜਿੱਦਾਂ ਚੱਲਦੀ ਹੈ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹ ਢੰਗ ਨਾਲ ਚਲਾਈ ਜਾਵੇ। ਸਰਕਾਰ ਦੇ ਪਾਰਟ ਦੇ ਬਹੁਤ ਕੁਝ ਰਹਿੰਦਾ ਕਰਨ ਵਾਲਾ। ਸਿੱਧੂ ਸਾਹਿਬ, ਇੱਕ ਗੱਲ ਮੈਂ ਕਹਿੰਦਾ, ਸਾਰਾ ਕੁਝ ਬਣਿਆ ਹੋਇਆ, ਜਿਹਨਾਂ ਨੇ ਲਾਗੂ ਕਰਨਾ ਸੀ ਉਹ ਤਾਂ ਨਸ਼ਾ ਖਾ ਕੇ ਸੁੱਤਾ ਰਹਿੰਦਾ, ਗੋਲੀਆਂ ਖਾ ਕੇ ਸੁੱਤਾ ਰਹਿੰਦਾ। ਉਹ ਐਗਜ਼ੈਕਟਿਵ ਮੀਟਿੰਗ ਵੀ ਕਰਦਾ, ਉਹ ਜਰਨਲ ਹਾਊਸ ਨਹੀਂ ਕਰਦਾ।
ਹੁਣ ਤੁਸੀਂ ਦੇਖੋ ਐਗਜ਼ੈਕਟਿਵ ਦੀਆਂ 9 ਮਹੀਨੇ ਚ 9 ਮੀਟਿੰਗਾਂ ਹੋਣੀਆਂ ਚਾਹੀਦੀਆਂ, ਮੀਟਿੰਗਾਂ 2 ਹੋਈਆਂ। ਫਿਰ ਜਰਨਲ ਉਹ ਸੱਦਿਆ ਹੀ ਨਹੀਂ, ਇੱਕ ਵਾਰੀ ਬਾਈਟ ਪਾਸ ਨਹੀਂ ਇਕੱਠੇ ਕੀਤੇ, ਬਾਈਟ ਪਾਸ ਵਾਲੇ ਦਿਨ ਪਹਿਲਾਂ ਜਿਹੜਾ ਜਰਨਲ ਉਹ ਸੱਦਿਆ। ਹੁਣ ਜਿਹੜੀ ਗੱਲ ਆ ਨਾ, ਸਾਰੇ ਕਾਇਦੇ ਕਾਨੂੰਨ ਬਣ ਕੇ ਆਏ ਹੋਏ ਆ, ਉਹ ਲਾਗੂ ਕਰਨੇ ਸੀ। ਉਹ ਲਾਗੂ ਕਿਹਨਾਂ ਨੇ ਕਰਨੇ, ਜਾਂ ਐਗਜ਼ੈਕਟਿਵ ਚ ਜਾਂ ਜਰਨਲ ਹਾਊਸ ਦੇ ਵਿੱਚ। ਨਾ ਉਹ ਜਰਨਲ ਹਾਊਸ ਸੱਦਦਾ, ਐਗਜ਼ੈਕਟਿਵ ਫੇਸ ਕਰਦਾ। ਉਹ ਤਾਂ ਉਹ ਦਫ਼ਤਰ ਵੀ ਚੱਕ ਕੇ ਡੇਰੇ ਲੈ ਚੱਲਿਆ ਸੀ, ਉਹ ਤਾਂ ਜਮਨਾ ਨਗਰ ਰਿਸਰਚ ਸੈਂਟਰ ਵੀ ਉੱਤੇ। ਹੁਣ ਮੇਰੀ ਗੱਲ ਪੂਰੀ ਹੋ ਲੈਣ ਦਿਓ। ਆ ਸਿੱਧੂ ਸਾਹਿਬ ਦੁੱਖ ਇਹੀ ਆ ਕਿ ਜੇ ਕੋਈ ਤਲਖੀ ਹੋਈ ਸੀ ਤਾਂ ਉਹਨੂੰ ਜਰਨਲ ਹਾਊਸ ਚ ਨਿਬੇੜਨਾ ਸੀ, ਪਰ ਹੁਣ ਜਰਨਲ ਹਾਊਸ ਚ ਸਭ ਤੋਂ ਪਹਿਲਾਂ ਨਿਬੇੜਦੇ। ਜੇ ਜਰਨਲ ਹਾਊਸ ਚ ਨਾ ਨਿਬੜਦਾ ਤਾਂ ਫਿਰ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕਰ ਦਿੰਦੇ। ਇਹਦੇ ਚ ਹੁਣ ਅਕਾਲ ਤਖਤ ਸਾਹਿਬ ਨੇ ਵੀ ਏਡੀ ਕਾਹਲੀ ਕੀਤੀ, ਜਥੇਦਾਰ ਸਾਹਿਬ ਨੇ। ਤੇਜਾ ਸਿੰਘ ਸਮੁੰਦਰੀ ਹਾਲ ਚ 20 ਵਾਰੀ ਪੱਗਾਂ ਲੱਥੀਆਂ, ਉਦੋਂ ਤਾਂ ਕਮੇਟੀਆਂ ਬਣਾਈਆਂ ਨਾ। ਜੇ ਕਮੇਟੀ ਬਣਾਈ ਵੀ ਤਾਂ ਮਹੰਤ ਦੇ ਹੱਕ ਚ, ਮਹੰਤ ਨੂੰ ਆਕਸੀਜਨ ਦਿੱਤੀ ਆ, ਰਿਲੀਫ ਦਿੱਤੀ ਆ। ਜਿਹੜੀ ਜਨਰਲ ਸੈਕਟਰੀ ਨੇ ਚਿੱਠੀ ਪਾਈ ਆ ਵੀ ਮਹੰਤ ਦਾ ਡੌਪ ਟੈਸਟ ਕਰਾਓ, ਬ੍ਰਹਮਚਾਰੀ ਟੈਸਟ ਕਰਾਓ। ਜਿਹੜੀ ਖਿਆਲੀ ਬੇਅਦਬੀ ਦੀ ਉਹਨੇ ਇਲਜ਼ਾਮ ਲਾਇਆ ਜਨਰਲ ਸੈਕਟਰੀ ਦੇ, ਉਹਦੀ ਜਾਂਚ ਕਰਾਓ। ਉਹਦੇ ਵਾਸਤੇ ਤਾਂ ਅਕਾਲ ਤਖਤ ਸਾਹਿਬ ਨੇ ਕਮੇਟੀ ਨੂੰ ਥੈਂਕ ਯੂ। ਤੁਹਾਡਾ ਵਿਊ ਪੁਆਇੰਟ ਆ ਗਿਆ, ਥੈਂਕ ਯੂ ਵੈਰੀ ਮਚ। ਪੂਰਾ ਕਰ ਲਈ, ਲਾਲਚ ਪੂਰਾ ਕਰ ਲਈ। ਤੁਹਾਡਾ ਦਦੂਵਾਲ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਨਲਵੀ ਸਾਹਿਬ, ਇਸ ਮੁੱਦੇ ਤੇ ਆਪਣੇ ਕੋਲ ਸਮੇਂ ਦੀ ਵੀ ਇਸ ਵੇਲੇ ਸੰਜਮ ਨਾਲ ਸਵਾਲ ਦਾ ਜਵਾਬ ਲੈਣ ਵਾਲੀ ਗੱਲ ਹੈਗੀ ਹੈ। ਜੋ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ, ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਧੀ ਵਿਧਾਨ ਹੈ ਬਣਿਆ ਹੈ, ਜਾਂ ਬਣ 'ਚ ਕੋਈ ਕਮੀਆਂ ਪੇਸ਼ੀਆਂ ਹੈਗੀਆਂ। ਕਿਉਂਕਿ ਜਿੱਦਾਂ ਦਾਦੂਵਾਲ ਸਾਹਿਬ ਨੇ ਕਿਹਾ, ਜੋ ਕੋਈ ਝਗੜਾ ਹੁੰਦਾ ਵੀ ਹੈ, ਕੋਈ ਨਿਪਟਾਰਾ ਕਰਨ ਦੇ ਲਈ ਕਮੇਟੀ ਦਾ ਆਪਣਾ ਵੀ ਕੋਈ ਵਿਧੀ ਵਿਧਾਨ ਹੋਏਗਾ ਕਿ ਨਹੀਂ ਹੋਏਗਾ? ਕਿਉਂ ਆਖਰਕਾਰ ਇੱਕਦਮ ਜਾ ਕੇ ਜਿਹੜਾ ਜਥੇਦਾਰ ਸਾਹਿਬ ਦਾ ਦਰਵਾਜ਼ਾ ਖੜਕਾਉਣਾ ਪਿਆ? ਇਸੇ ਕਰਕੇ ਖੜਕਾਉਣਾ ਪਿਆ ਕਿਉਂਕਿ ਹਰਿਆਣੇ ਦੀ ਸਰਕਾਰ ਨੇ ਰੂਲਸ ਬਣਾਉਣ ਦੀ ਜ਼ਿੰਮੇਵਾਰੀ ਹਰਿਆਣੇ ਦੀ ਸਰਕਾਰ ਸੀ। 8 ਮਹੀਨੇ ਲੰਘ ਗਏ ਨੇ, ਹਰਿਆਣੇ ਦੀ ਸਰਕਾਰ ਨੇ ਰੂਲਸ ਨਹੀਂ ਬਣਾਏ। 8 ਮਹੀਨੇ ਲੰਘ ਗਏ ਨੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੈਗੂਲੇਸ਼ਨਸ ਨਹੀਂ ਬਣਾਏ। ਔਰ ਸਭ ਤੋਂ ਵੱਡੀ ਅਫਸੋਸ ਵਾਲੀ ਗੱਲ ਇਹ ਹੈ ਕਿ ਕੋਈ ਵੀ ਮੈਂਬਰ, ਚਾਹੇ ਐਗਜ਼ੈਕਟਿਵ ਬਾਡੀ ਦੀ ਕਾਰਵਾਈ ਹੈ, ਮੀਟਿੰਗ ਹੈ, ਜਾਂ ਵੈਸੇ ਵੀ ਜਨਰਲ ਬਾਡੀ ਦੇ ਮੈਂਬਰਾਂ ਦਾ ਵੀ ਹੱਕ ਬਣਦਾ ਹੈ ਕਿ ਉਹ ਮੰਗ ਕਰਨ ਕਿ ਰੂਲਸ ਬਣਾਓ, ਰੈਗੂਲੇਸ਼ਨ ਬਣਾਓ। ਕੋਈ ਵੀ ਬੰਦਾ ਦਾ ਕਿਸੇ ਦਾ ਵੀ ਇਸ ਪਾਸੇ ਧਿਆਨ ਨਹੀਂ। ਮੈਂ 3 ਹਫ਼ਤੇ ਪਹਿਲੋਂ ਹਰਿਆਣਾ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀਗੀ ਕਿ ਵੀ ਸਰਕਾਰ ਜੀ, ਸਿੱਖ ਜੁਡੀਸ਼ੀਅਲ ਕਮਿਸ਼ਨ ਬਣਾਉਣ ਦੀ ਵਿਵਸਥਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਹੈਗੀ ਹੈ। ਇਹ ਇਸੇ ਤਰ੍ਹਾਂ ਹੀ ਹੈ ਕਿ ਜਿਵੇਂ ਜੇ ਜੁਡੀਸ਼ੀਅਲ ਕਮਿਸ਼ਨ ਨਹੀਂ ਬਣਿਆ, ਕਚਹਿਰੀਆਂ ਨਹੀਂ ਬਣੀਆਂ, ਤਾਂ ਅੰਦਾਜ਼ਾ ਲਾਓ ਕਿ ਜੇ ਹਿੰਦੁਸਤਾਨ ਦੇ ਵਿੱਚ ਕਚਹਿਰੀਆਂ ਨਾ ਹੋਣ ਤਾਂ ਇੱਥੇ ਕਿਸ ਕਿਸਮ ਦਾ ਰਾਜ ਹੋਵੇਗਾ। ਇਹ ਸਰਕਾਰ ਦਾ ਫਰਜ਼ ਬਣਦਾ ਸੀਗਾ ਕਿ ਉਸੇ ਵਕਤ ਸਿੱਖ ਜੁਡੀਸ਼ੀਅਲ ਕਮਿਸ਼ਨ ਬਣਾਉਂਦੀ। ਜੇ ਸਾਡਾ ਕਿਸੇ ਕਿਸਮ ਦਾ ਕੋਈ ਝਗੜਾ, ਜਿਸ ਤਰ੍ਹਾਂ ਫਰਜ਼ ਸਾਡਾ ਇੱਥੇ ਇਹ ਝਗੜਾ ਹੋਇਆ ਹੈ, ਤੇ ਅਸੀਂ ਵੀ ਕੁਡ ਗੋ ਟੂ ਦੀ ਜੁਡੀਸ਼ੀਅਲ ਕਮਿਸ਼ਨ। ਇਟ ਇਜ਼ ਅ ਫੇਲਰ ਔਨ ਦੀ ਪਾਰਟ ਆਫ ਗਵਰਨਮੈਂਟ ਐਂਡ ਇਟ ਇਜ਼ ਆਲਸੋ ਅ ਫੇਲਰ। ਕਲਾਈਨ ਦਾ ਸਵਾਲ, ਮੈਂ ਅਹਿਮ ਸਵਾਲ ਲੈਣਾ ਚਾਹੁੰਦਾ। ਕਲਾਈਨ ਦਾ ਸਵਾਲ, ਸਮੇਂ ਦੀ ਮਜਬੂਰੀ ਹੈ ਕਿ ਲੱਗਦਾ ਨਹੀਂ ਕਿ ਜਿਹੜੀਆਂ ਹਰਿਆਣਾ ਦੀਆਂ, ਹੁਣ ਜਿੱਦਾਂ ਆਪਾਂ ਕਮੇਟੀ ਦੀ ਗੱਲ ਕਰਦੇ ਹਾਂ, ਉਹਦੀਆਂ ਆਮ ਚੋਣਾਂ ਕਰਵਾ ਦਿੱਤੀਆਂ ਜਾਣ ਤਾਂ ਬਹੁਤ ਸਾਰੇ ਮਸਲਿਆਂ ਦਾ ਆਪਣੇ ਆਪ ਹੀ ਹੱਲ ਨਿਕਲੇਗਾ? ਮੈਂ ਇਹ ਮਹਿਸੂਸ ਕਰਨਾ ਕਿ ਹੁੱਡਾ ਸਰਕਾਰ ਨੇ ਜਿਹੜਾ ਐਕਟ ਬਣਾਇਆ ਸੀਗਾ, ਹਰਿਆਣੇ ਦੀ ਅਸੈਂਬਲੀ ਨੇ, ਉਹਨਾਂ ਨੇ 18 ਮਹੀਨੇ ਦੀ ਵਿਵਸਥਾ ਕੀਤੀ ਸੀਗੀ। ਮੈਂ ਇਹ ਮਹਿਸੂਸ ਕਰਨਾ ਕਿ ਜਿਹੜੀ ਖੱਟਰ ਸਰਕਾਰ ਨੇ 18 ਮਹੀਨੇ ਹੋਰ ਵਧਾਏ ਨੇ, ਉਹ ਬਿਲਕੁਲ ਅਨਡੈਮੋਕ੍ਰੈਟਿਕ ਔਰ ਹਰਿਆਣੇ ਦੇ ਸਿੱਖਾਂ ਦੇ ਨਾਲ ਬਹੁਤ ਵੱਡਾ ਧੱਕਾ ਕੀਤਾ। ਮੈਂ ਇਸ ਗੱਲ ਦੀ ਵਿਰੋਧਤਾ ਕਰਨਾ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਸ ਢੰਗ ਦੇ ਨਾਲ ਮੌਜੂਦਾ ਕਮਿਸ਼ਨ ਕੰਮ ਕਰ ਰਿਹਾ ਹੈ, ਇਸ ਢੰਗ ਦੇ ਨਾਲ 18 ਮਹੀਨੇ ਦੀ ਬਜਾਏ 12 ਮਹੀਨਿਆਂ ਵਿੱਚ ਇਲੈਕਸ਼ਨ ਹੋ ਸਕਦਾ ਸੀ, ਪਰ ਸਰਕਾਰ ਦੀ ਨੀਅਤ ਨਹੀਂ। ਥੈਂਕ ਯੂ ਵੈਰੀ ਮਚ। ਦਾਦੂਵਾਲ ਸਾਹਿਬ, ਮਜਬੂਰੀ ਸਮੇਂ ਦੀ ਹੈ, ਪਰ ਮੈਂ ਜਵਾਬ ਜ਼ਰੂਰ ਚਾਹਾਂਗਾ। ਕੀ ਹੁਣ ਹਰਿਆਣਾ ਦੇ ਅੰਦਰ ਹਰਿਆਣਾ ਕਮੇਟੀ ਦੀਆਂ ਆਮ ਚੋਣਾਂ ਹੋ ਜਾਣ ਤਾਂ ਮਸਲੇ ਦਾ ਵੱਡਾ ਹੱਲ ਨਿਕਲ ਸਕਦਾ ਹੈ? ਸੰਖੇਪ ਚ ਮੈਂ 2 ਲਾਈਨਾਂ ਦਾ ਕਮੈਂਟ ਜ਼ਰੂਰ ਚਾਹਾਂਗਾ। ਪਹਿਲਾਂ ਹੀ ਕੀਤੀ ਆ, ਅਸੀਂ ਸਰਕਾਰ ਨੂੰ ਵੀ ਅਪੀਲ ਕੀਤੀ ਆ ਕਿ ਜੋ ਸਿੱਖ ਸੰਗਤਾਂ ਨੁਮਾਇੰਦੇ ਅੱਗੇ ਭੇਜਣ ਤੇ ਪ੍ਰਬੰਧ ਕਰਨ ਨੂੰ ਆਖੇ। ਉਹਦੇ ਵਾਸਤੇ ਅਪੀਲ ਕੀਤੀ ਆ ਕਿ ਸਰਕਾਰ ਵਿਵਸਥਾ ਕਰੇ। ਉਹਨਾਂ ਨੇ ਵਾਰਡਬੰਦੀ ਕਰਤੀ ਆ ਸਰਕਾਰ ਨੇ, ਹੁਣ ਵੋਟਾਂ ਦਾ ਵੀ ਕਰ ਦਿੱਤਾ ਵਾ। ਇਹ ਹੁਣ ਜ਼ਰੂਰ ਦੇਖਣਾ ਪਊਗਾ ਕਿ ਵੋਟਾਂ ਜਿਹੜੀਆਂ ਨੇ, ਜਦੋਂ SGPC ਦਾ ਹੁੰਦਾ, ਪਹਿਲਾਂ ਵੋਟਾਂ ਦੀ ਡੇਟ ਅਨਾਉਂਸ ਹੁੰਦੀ ਆ, ਉਸ ਤੋਂ ਬਾਅਦ ਵੋਟਾਂ ਬਣਨੀਆਂ ਸ਼ੁਰੂ ਹੁੰਦੀਆਂ। ਜੀ ਬਿਲਕੁਲ, ਥੈਂਕ ਯੂ ਵੈਰੀ ਮਚ। ਅਜੇ ਵੋਟਾਂ ਦੀ ਡੇਟ ਅਨਾਉਂਸ ਨਹੀਂ ਹੋਈ, ਪਰ ਇੱਥੇ ਵੋਟਾਂ ਬਣਨ ਦਾ ਪਹਿਲਾਂ ਕਹਿਤਾ ਵੀ 1 ਸਤੰਬਰ ਤੋਂ 30 ਸਤੰਬਰ ਤੱਕ। ਇਹ ਹੁਣ ਕਾਨੂੰਨਨ ਠੀਕ ਆ ਜਾਂ ਨਹੀਂ ਆ? ਜੀ ਦੇਖਣਾ ਪਏਗਾ। ਤੁਸੀਂ ਪਹਿਲਾਂ ਕਹੀ ਆ ਕਿ ਰੂਲ ਰੈਗੂਲੇਸ਼ਨ ਦੀ ਗੱਲ,
ਉਹ ਸਾਰੇ ਬਣਾਏ ਹੋਏ ਸਰਕਾਰ ਨੇ ਬਣ ਕੇ ਆਏ, ਪਰ ਲਾਗੂ ਕੌਣ ਕਰੇ? ਓਕੇ ਜਿਨ੍ਹਾਂ ਨੇ ਲਾਗੂ ਕਰਨੇ ਉਹ ਮੀਟਿੰਗ ਹੀ ਨਹੀਂ ਕਰਦੇ, ਨਾ ਜੀ ਜੀ ਐਗਜ਼ੈਕਟਿਵ ਬਿਲਕੁਲ ਬਿਲकुल ਮਿਹਰਬਾਨੀ ਦਾਦੂਵਾਲ ਸਾਹਿਬ। ਉਹ ਮਹੰਤਗਿਰੀ, ਉਹਦਾ ਮਹੰਤਾਂ ਦਾ ਡੇਰਾ ਬਣਾਤਾ, ਥੈਂਕ ਯੂ ਮਹੰਤਗਿਰੀ ਕਰ ਰਿਹਾ। ਥੈਂਕ ਯੂ ਵੈਰੀ ਮਚ ਥੈਂਕ ਆਹੀ ਯੂ ਵੈਰੀ ਮੁੱਖ ਦੀ ਮਚ ਗੱਲ ਹੈ। ਇਹਦੇ ਖਿਲਾਫ ਅਸੀਂ ਤਲਖੀ ਜਾਏ, ਇਸੇ ਖਿਲਾਫ ਮਿਹਰਬਾਨੀ ਅਸੀਂ ਮਿਹਰਬਾਨੀ ਮਿਹਰਬਾਨੀ। ਪੀਰ ਮੁਹੰਮਦ ਜੀ ਇੱਕ ਲਾਈਨ ਜਿਹੜੀ ਹੈਗੀ ਆ ਮੈਂ ਜ਼ਰੂਰ ਕਮੈਂਟ ਚਾਹਾਂਗਾ ਜੇ ਮੇਰੀ ਆਵਾਜ਼ ਸੁਣ ਪਾਉਂਦੇ ਹੋ ਕਿ ਆਮ ਹਾਂਜੀ, ਇਲੈਕਸ਼ਨਾਂ ਹੀ ਉੱਥੇ ਮਸਲੇ ਦਾ ਹੱਲ ਹੈ ਹਰਿਆਣਾ ਅੰਦਰ? ਦੇਖੋ ਇੱਕ ਤਾਂ ਇਹਨਾਂ ਨੂੰ ਸ਼ੰਕੇ ਜਿਹੜੇ ਆ ਨਾ ਇਹਨਾਂ ਦੇ ਨਿਵਰਤ ਕਰ ਦਈਏ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਜਿਹੜੀ 5 ਮੈਂਬਰੀ ਕਮੇਟੀ ਬਣਾਈ ਹੈ, ਉਹਦੇ ਵਿੱਚ ਜਿਹੜੇ ਆਪੋਜੀਸ਼ਨ ਦੇ ਆਗੂ ਨੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਇੰਜੀਨੀਅਰ ਸਰਬਜੀਤ ਸਿੰਘ ਸੋਲ, ਇਹ ਜਿਹੜੇ ਆ ਇਹ ਪੂਰੀ ਹਰ ਗੱਲ ਨੂੰ ਚੰਗੀ ਤਰ੍ਹਾਂ ਵਾਚਦੇ ਨੇ। ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਇੱਕ ਧਿਰ ਨੂੰ ਕੋਈ ਨੁਮਾਇੰਦਗੀ ਦਿੱਤੀ ਗਈ ਹੈ। ਦੂਜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਿਹੜੀ ਇਹ ਕਮੇਟੀ ਗਠਿਤ ਕੀਤੀ ਹੈ ਉਹ ਸੁਲਝਾਉਣ ਵਾਸਤੇ ਮਸਲਾ, ਸੋ ਆਪਣਾ ਆਪਣਾ ਪੱਖ ਰੱਖਣਾ ਚਾਹੀਦਾ ਕਮੇਟੀ ਦੇ ਸਾਹਮਣੇ ਔਰ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜੀ ਅਸਲ ਗੱਲ ਹੈ ਉਹਦੇ ਵੀਡੀਓ ਫੁਟੇਜ ਨੇ, ਹਰ ਚੀਜ਼ ਸਾਹਮਣੇ ਆ। ਤੇ ਇਹਦੇ ਵਿੱਚ ਤੁਸੀਂ ਦੇਖੋ ਜਿਹੜਾ ਮੈਂ ਤਾਂ ਇਹੋ ਹੀ ਚਾਹਾਂਗਾ ਕਮੇਟੀ ਦਾ ਸਿੱਖ ਹੋਣ ਦੇ ਨਾਤੇ ਮੈਂ ਚਾਹਾਂਗਾ ਕਿ ਕੋਈ ਵੀ ਝਗੜਾ ਜਿਹੜਾ ਉਹ ਕਿਸੇ ਮਸਲੇ ਦਾ ਹੱਲ ਨਹੀਂਗਾ। ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਕੀਤਾ ਜਾਵੇ। ਥੈਂਕ ਯੂ ਵੈਰੀ ਮਚ। ਕਮੇਟੀ 'ਚ ਚੰਗੇ ਬੰਦੇ ਪਾਏ ਗਏ, ਅਸੀਂ ਉਹਦਾ ਸਵਾਗਤ ਕੀਤਾ ਵਾ, ਪਰ ਗੱਲ ਇੰਨੀ ਆ ਉਹ 14 ਵਾਲੀ ਮੀਟਿੰਗ ਤੇ ਸੀਮਤ ਨਾ ਰਹੇ। ਉਹਦੇ ਜਿਹੜੀ ਜਰਨਲ ਦੀ ਚਿੱਠੀ ਆ ਨਾ ਜਥੇਦਾਰ ਸਾਹਿਬ ਨੂੰ, ਉਹ ਵੀ ਮਸਲਾ ਇਸ 5 ਮੈਂਬਰੀ ਕਮੇਟੀ ਨੂੰ ਦੇਣਾ ਚਾਹੀਦਾ। ਥੈਂਕ ਯੂ ਵੈਰੀ ਮਚ ਦਾਦੂਵਾਲ ਸਾਹਿਬ, ਬਹੁਤ ਮਿਹਰਬਾਨੀ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਹਰਿਆਣਾ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਸ਼ੱਕ ਮਾਮਲਾ ਸਿੱਧੇ ਤੌਰ ਤੇ ਹਰਿਆਣਾ ਦੇ ਸਿੱਖਾਂ ਨਾਲ ਤੇ ਉੱਥੋਂ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਪ੍ਰਬੰਧਾਂ ਨਾਲ ਜੁੜਿਆ ਵਾ ਹੈ, ਪਰ ਅੱਜ ਦੀ ਬਹਿਸ ਦੇ 'ਚ ਇੱਕ ਵੱਡਾ ਜਿਹੜਾ ਜਵਾਬ ਨਿਕਲ ਕੇ ਸਾਹਮਣੇ ਆਇਆ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ, ਸਪਸ਼ਟ ਤੌਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦਿੰਦੀ ਆ। ਅਗਲੇ ਮਾਮਲੇ ਹੈ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੇਖੇ ਜਾਣਗੇ ਕਿ ਕਿਸ ਤਰੀਕੇ ਨਾਲ ਇਹਨਾਂ ਮੁੱਦਿਆਂ ਤੇ ਨਿਪਟਾਰਾ ਹੋਣਾ। ਇਹਨਾਂ ਸਾਰੇ ਮਾਮਲਿਆਂ ਤੇ ਆਉਣ ਲਈ ਆਪਾਂ ਸਾਰੇ ਸਤਿਕਾਰਤ ਮਹਿਮਾਨਾਂ ਦੇ ਮੁੜ ਧੰਨਵਾਦੀ ਹਾਂ ਤੇ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।